परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਗਰੀਬ ਨਵਾਜ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਅੱਜ ਚੌਥੇ ਦਿਨ ਦੇ ਸ਼ਹੀਦੀ ਸਮਾਗਮਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਜਥੇ ਦੇ ਸਿੰਘਾਂ ਤੋਂ ਭਾਈ ਹਰਪਾਲ ਸਿੰਘ ਜੀ, ਭਾਈ ਗੁਰਲਾਲ ਸਿੰਘ ਜੀ, ਰਾਗੀ ਭਾਈ ਰਣਜੀਤ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਲੋਪੋ ਕੇ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨਾ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਜਿਸ ਪ੍ਰਾਣੀ ਨੇ ਪਿਛਲੇ ਜਨਮਾਂ ਵਿੱਚ ਮੋਤੀ ਪੁੰਨ ਕੀਤੇ ਹੋਣ, ਭਾਵ ਮੋਤੀਆਂ ਦਾ ਬਹੁਤਾ ਦਾਨ ਕੀਤਾ ਹੋਵੇ, ਉਸ ਨੂੰ ਕਲਯੁਗ ਦੇ ਵਿੱਚ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈਣ ਤੋਂ ਉਪਰੰਤ ਕੀਰਤਨ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਮਹਾਂਪੁਰਖ ਬਚਨ ਦੱਸਿਆ ਕਰਦੇ ਸਨ ਕਿ ਉਹ ਗੁਰਸਿੱਖ ਮਾਈ ਭਾਈ ਗੁਰੂ ਕਾ ਲਾਲ ਸੰਗਤ ਵਿੱਚ ਜਦੋਂ ਕੀਰਤਨ ਕਰਦਾ ਹੈ ਤਾਂ ਸੰਗਤਾਂ ਦੇ ਮਨਾਂ ਦੇ ਵਿੱਚ ਗੁਰਬਾਣੀ ਦੇ ਕੀਰਤਨ ਦਾ ਰਸ ਭਰ ਦਿੰਦਾ ਹੈ। ਸੋ ਬਹੁਤ ਸਤਿਗੁਰੂ ਜੀ ਦੀ ਕਿਰਪਾ ਹੋਈ। ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਛਲੀ, ਇਹ ਸ਼ਬਦ ਉਹਨਾਂ ਨੇ ਬੇਨਤੀ ਰੂਪ ਦੇ ਵਿੱਚ ਮਹਾਂਪੁਰਖਾਂ ਬਾਬਤ ਵਿਚਾਰ ਸਾਂਝੇ ਕਰਦਿਆਂ ਹੋਇਆਂ ਪ੍ਰਮਾਣ ਦਿੱਤਾ ਹੈ। ਇੱਕ ਬੜੀ ਸੁੰਦਰ ਗਾਥਾ ਹੈ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਜੀਵਨ ਨਾਲ ਸੰਬੰਧਿਤ ਕਿ ਬਚਨਾਂ ਦੇ ਕਿੰਨੇ ਬਲੀ ਸਨ, ਬਚਨਾਂ ਦੇ ਪੂਰੇ ਸੂਰੇ ਕਿੰਨੇ ਮਹਾਨ ਸਨ। ਉਦੋਂ ਅਜੇ 15-16 ਸਾਲ ਦੀ ਉਮਰ ਸੀ। ਆਪਣੇ ਨਗਰ ਰੋਡੇ ਵਿਖੇ ਹੀ ਮਹਾਂਪੁਰਸ਼ ਰਿਹਾ ਕਰਦੇ ਸਨ ਔਰ ਘਰ ਵਿੱਚ ਦਸਾਂ ਨੌਹਾਂ ਦੀ ਕਿਰਤ ਕਰਨੀ, ਨਾਲ ਨਾਲ ਗੁਰਬਾਣੀ ਦਾ ਅਭਿਆਸ ਕਰਦੇ ਰਹਿਣਾ। ਬਾਘਾ ਪੁਰਾਣਾ ਕਸਬਾ ਬੜਾ ਭਾਰੀ ਪ੍ਰਸਿੱਧ ਹੈ ਮੋਗੇ ਜ਼ਿਲ੍ਹੇ ਵਿੱਚ। ਇਸ ਸ਼ਹਿਰ ਵਿੱਚ ਸੇਠ ਗੁਰਦਿੱਤਾ ਮੱਲ ਦੀ ਦੁਕਾਨ ਸੀ, ਆੜਤ ਦੀ ਔਰ ਕੱਪੜੇ ਦੀ ਵੀ। ਸੰਤਾਂ ਦੇ ਪਿਤਾ ਜੀ ਸਾਰਾ ਪਰਿਵਾਰ ਇਸੇ ਆੜਤੀ ਕੋਲੇ ਆਪਣੀ ਜਿਣਸ ਹਰ ਛਮਾਹੀ ਸਿੱਟਿਆ ਕਰਦੇ ਸਨ ਔਰ ਵਸਤਰ ਵੀ ਘਰ ਪਰਿਵਾਰ ਦੇ 6 ਮਹੀਨਿਆਂ ਬਾਅਦ ਇਸੇ ਹੀ ਸੇਠ ਗੁਰਦਿੱਤਾ ਮੱਲ ਦੀ ਦੁਕਾਨ ਤੋਂ ਖਰੀਦਿਆ ਕਰਦੇ ਸਨ। ਔਰ ਸੇਠ ਗੁਰਦਿੱਤਾ ਮੱਲ ਕੋਲੇ ਕਦੇ ਕਦੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਜੇ ਮਹਾਂਪੁਰਖਾਂ ਨੇ ਪਿਤਾ ਜੀ ਨੇ ਕਿਸੇ ਕੰਮ ਭੇਜਣਾ ਤਾਂ ਕਦੇ ਕਦੇ ਜਾ ਕੇ ਆਉਣਾ। ਸੰਤਾਂ ਦਾ ਜੀਵਨ ਹੀ ਐਸਾ ਮਹਾਨ ਸੀ, ਬਚਪਨ ਤੋਂ ਹੀ ਐਸਾ ਜੀਵਨ ਸੀ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗ੍ਰਾਮ। 8 ਪਹਿਰ ਆਪਣੀ ਰਸਨਾ ਨਾਲ ਬਾਣੀ ਪੜ੍ਹਦੇ ਹੀ ਰਹਿੰਦੇ ਸਨ। ਬਹੁਤ ਬਚਨ ਬਲਾਸ ਘੱਟ, ਜੇ ਕਿਤੇ ਕਰਨਾ ਬਹੁਤ ਸੰਕੋਚਮਾ ਬਚਨ ਕਰਨਾ। ਰਸਨਾ ਵਾਹਿਗੁਰੂ ਦੇ ਨਾਮ ਵਿੱਚ, ਰਸਨਾ ਗੀਧੀ ਬੋਲ ਤਨਾਮ।
ਰਸਨਾ ਦੇ ਉੱਤੇ ਪ੍ਰਭ ਜੀ ਵਸੈ ਸਾਧ ਕੀ ਰਸਨਾ, ਅੱਠੇ ਪਹਿਰ ਨਾਮ ਹੀ ਵਸਿਆ ਰਹਿੰਦਾ ਸੀ। ਸੇਠ ਗੁਰਦਿੱਤਾ ਮੱਲ ਨੇ ਬਹੁਤ ਸਾਧੂ ਬਿਰਤੀ ਜਾਣ ਕੇ, ਨਾਮ ਅਭਿਆਸੀ ਜਾਣ ਕੇ ਕਿ ਬਹੁਤ ਭਜਨੀਕ ਹੈ, ਬੜਾ ਨਿਰਛਲ ਸਾਧੂ ਜੀਵਨ ਹੈ ਔਰ ਬਹੁਤ ਹੀ ਸਾਦਗੀ ਹੈ। ਆਪਣੀ ਗੱਦੀ 'ਤੇ ਜਿਹੜੀ ਉਹਨਾਂ ਦੀ ਗੱਦੀ ਹੁੰਦੀ ਹੈ ਨਾ, ਤਕੀਆ ਜਿੱਥੇ ਲੱਗਾ ਹੁੰਦਾ, ਉੱਥੇ ਸੰਤਾਂ ਨੂੰ ਆਪਣਾ ਥਾਂ ਛੱਡ ਕੇ ਬੜੇ ਸਤਿਕਾਰ ਨਾਲ ਬਿਠਾਉਣਾ। ਇੱਕ ਦਿਨ ਸੰਤ ਕਿਸੇ ਕੰਮ ਲਈ ਸੁਭਾਵਕ ਗਏ, ਕਹਿਣ ਲੱਗਾ, ਭਾਈ ਜਰਨੈਲ ਸਿਆਂ ਮੇਰੀ ਲੜਕੀ ਦਾ ਵਿਆਹ ਹੈ, ਦੁੱਧ ਦੀ ਬੜੀ ਲੋੜ ਹੈ, ਜੇ ਇੱਕ ਦੋ ਗਾਗਰਾਂ ਤੂੰ ਦੁੱਧ ਦੀਆਂ ਲੈ ਆਵੇਂ ਤੇਰਾ ਤਾਂ ਮੇਰਾ ਵਿਆਹ ਦੇ ਕਾਰਜ ਵਿੱਚ ਬਹੁਤ ਕੰਮ ਸੌਰ ਜਾਏਗਾ। ਸੰਤ ਕਹਿਣ ਲੱਗੇ, ਸੇਠ ਜੀ ਮੈਂ ਜ਼ਰੂਰ ਪਹੁੰਚਾਵਾਂਗਾ, ਜਿਵੇਂ ਮਰਜ਼ੀ ਪਹੁੰਚਾਵਾਂ, ਔਰ ਦੁੱਧ ਜ਼ਰੂਰ ਮੈਂ ਲੈ ਕੇ ਆਵਾਂਗਾ। ਜਿਸ ਦਿਨ ਵਿਆਹ ਦਾ ਦਿਨ ਆਇਆ, ਸਵੇਰੇ ਸਵੇਰੇ ਮਾਤਾ ਜੀ ਨੂੰ ਕਹਿ ਕੇ ਦੁੱਧ ਦੀ ਗਾਗਰ ਚੰਗੀ ਤਰ੍ਹਾਂ ਚੁਆ ਕੇ ਪਸ਼ੂਆਂ ਦੀ ਭਰ ਲਈ, ਪਰ ਘਰੇ ਕੋਈ ਲਿਜਾਣ ਵਾਸਤੇ ਸਾਧਨ ਨਹੀਂ ਸੀ। ਟਰੈਕਟਰ ਖੇਤ ਦੇ ਵਿੱਚ ਸੀ, ਹੋਰ ਕੋਈ ਮੋਟਰ ਗੱਡੀ ਦਾ ਸਾਧਨ ਨਾ ਬਣਿਆ। ਸੋਚਿਆ ਜੇ ਦੁੱਧ ਲੇਟ ਹੋ ਗਿਆ, ਦੁੱਧ ਖਰਾਬ ਹੋ ਜਾਏਗਾ। ਬਚਨ ਕੀਤਾ ਹੋਇਆ ਸੇਠ ਨਾਲ, ਬਚਨ ਪੂਰਾ ਕਰਨਾ। ਆਪਣੇ ਸਿਰ 'ਤੇ ਗਾਗਰ ਘੱਟੋ ਘੱਟ 30 ਕਿਲੋ ਦੁੱਧ ਦੀ ਗਾਗਰ ਹੋਣੀ ਆ। ਉਹ ਸਿਰ 'ਤੇ ਚੁੱਕ ਕੇ ਤੁਰ ਪਏ। 7 ਕਿਲੋਮੀਟਰ ਪੈਦਲ ਜਾ ਕੇ ਸੇਠ ਗੁਰਦਿੱਤਾ ਮੱਲ ਦੇ ਘਰ ਵਿੱਚ ਦੁੱਧ ਦੇ ਕੇ ਆਏ। ਜਦੋਂ ਸੇਠ ਗੁਰਦਿੱਤਾ ਮੱਲ ਨੇ ਦੇਖਿਆ ਕਿ ਸਰੀਰ ਦੇ ਵਜਨ ਨਾਲੋਂ ਤਾਂ ਜ਼ਿਆਦਾ ਭਾਰੀ ਗਾਗਰ ਹੈ, ਸਰੀਰ ਬਹੁਤ ਹਲਕਾ ਸੀ, ਤੁਸੀਂ ਵੀ ਦਰਸ਼ਨ ਕੀਤੇ ਹੈ, ਪਰ ਖੇਤੀ ਦਾ, ਦਸਾਂ ਨੌਹਾਂ ਦੀ ਕਿਰਤ ਦਾ ਕੰਮਕਾਰ ਕਰਨ ਕਰਕੇ ਡੀਲ ਡੌਲ ਬਹੁਤ ਮਜ਼ਬੂਤ ਸੀ ਮਹਾਂਪੁਰਖਾਂ ਦੀ। ਇਸ ਕਰਕੇ ਬੜਾ ਮਨ ਵਿੱਚ ਪਛਤਾਤਾਪ ਕੀਤਾ। ਮਨਾ ਕੀ 15-16 ਸਾਲ ਦੀ ਉਮਰ ਹੁੰਦੀ ਹੈ, ਬੱਚਾ 10 ਕਿਲੋ ਭਾਰ ਨਹੀਂ ਚੁੱਕ ਸਕਦਾ। ਅੱਜ ਕੱਲ੍ਹ ਵਾਲੇ ਤਾਂ 5 ਕਿਲੋ ਵੀ ਨਹੀਂ ਚੁੱਕ ਸਕਦੇ। ਸਰੀਰਾਂ ਵਿੱਚ ਤਾਕਤਾਂ ਹੀ ਨਹੀਂ ਰਹੀਆਂ। ਪੌਣ ਪਾਣੀ ਦਾ ਐਸਾ ਪ੍ਰਭਾਵ ਸਾਡੇ ਉੱਤੇ ਪੈ ਗਿਆ। ਕਹਿਣ ਲੱਗਾ ਵੀ ਮੈਂ ਤੈਨੂੰ ਬਹੁਤ ਤੰਗ ਕੀਤਾ, ਮੈਨੂੰ ਤੈਨੂੰ ਸਵਾਲ ਨਹੀਂ ਪਾਉਣਾ ਚਾਹੀਦਾ ਸੀ। ਮਹਾਂਪੁਰਖ ਕਹਿਣ ਲੱਗੇ, ਸੇਠ ਜੀ ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਇਹ ਬੀਬੀ ਦੇ ਕਾਰਜ ਵਿੱਚ ਸਾਡੇ ਪਰਿਵਾਰ ਦਾ ਵੀ ਤਿਲ ਫੁੱਲ ਪੈ ਜਾਏ ਤਾਂ ਹੋਰ ਸਾਨੂੰ ਕੀ ਚੰਗਾ ਹੈ। ਸੇਠ ਨੇ ਬਹੁਤ ਸਤਿਕਾਰ ਕੀਤਾ ਮਹਾਂਪੁਰਖਾਂ ਦਾ। ਮਹਾਂਪੁਰਖ ਦੁੱਧ ਦੇ ਕੇ ਵਾਪਸ ਆ ਗਏ। ਜਿੰਨਾ ਹੋਰ ਵੀ ਲੋੜ ਹੋਈ ਪਹੁੰਚਾਉਂਦੇ ਰਹੇ। ਫਿਰ ਇੱਕ ਦਿਨ ਸੇਠ ਗੁਰਦਿੱਤਾ ਮੱਲ ਨੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਿਹਾ, ਕਹਿੰਦਾ ਤੁਹਾਡੇ ਹੋਰ ਵੀ ਬੱਚੇ ਹੈ, ਪਰ ਇਹ ਭਾਈ ਜਰਨੈਲ ਸਿੰਘ ਵਿਲੱਖਣ ਆਤਮਾ ਮੈਂ ਵੇਖੀ ਹੈ, ਇਹਦੇ ਦਰਸ਼ਨ ਕਰਕੇ ਮਨ ਸੀਤਲ ਹੋ ਜਾਂਦਾ। ਇਹਦੇ ਨਾਲ ਜਦੋਂ ਬਚਨ ਕਰੀਦੇ ਆ ਨਾ, ਮਨ ਦੀ ਅਵਸਥਾ ਹੀ ਹੋਰ ਬਣ ਜਾਂਦੀ ਹੈ। ਇਹ ਕੋਈ ਮਹਾਂਪੁਰਖ ਸਾਧੂ ਹੀ ਤੁਹਾਡੇ ਘਰ ਵਿੱਚ ਪੈਦਾ ਹੋਇਆ। ਬਾਬਾ ਜੋਗਿੰਦਰ ਸਿੰਘ ਜੀ ਵੀ ਦੱਸਿਆ ਕਰਦੇ ਸਨ, ਜਦੋਂ ਸੰਤ ਪੈਦਾ ਹੋਏ, ਜਨਮ ਹੋਇਆ 2 ਜੂਨ 1947 ਨੂੰ, ਅਜੇ ਕੁਝ ਕੁ ਦਿਨਾਂ ਦਾ ਸਰੀਰ ਸੀ। ਇੱਕ ਦਿਨ ਬਾਬਾ ਜੋਗਿੰਦਰ ਸਿੰਘ ਜੀ ਅਚਾਨਕ ਮਾਤਾ ਨਿਹਾਲ ਕੌਰ ਜੀ ਦੇ ਪਾਸ ਆਏ। ਦੂਰੋਂ ਵੇਖਿਆ ਖੱਬੇ ਚਰਨ ਵਿੱਚੋਂ ਕੋਈ ਚਮਕ ਨਿਕਲ ਰਹੀ ਹੈ, ਤਾਰੇ ਵਰਗਾ ਕੋਈ ਨਿਸ਼ਾਨ ਉਹ ਚਮਕਾ ਮਾਰ ਰਿਹਾ। ਬਾਬਾ ਜੀ ਨੇੜੇ ਆਏ, ਸੰਤਾਂ ਦਾ ਚਰਨ ਪਕੜ ਕੇ ਚੰਗੀ ਤਰ੍ਹਾਂ ਵੇਖਿਆ। ਮਾਤਾ ਨਿਹਾਲ ਕੌਰ ਜੀ ਕਹਿਣ ਲੱਗੇ, ਤੁਸੀਂ ਕੀ ਵੇਖਦੇ ਹੋ? ਕਹਿੰਦੇ ਤੂੰ ਚੁੱਪ ਕਰ, ਤੈਨੂੰ ਨਹੀਂ ਪਤਾ। ਫਿਰ ਮਾਤਾ ਨੇ ਜ਼ੋਰ ਦੇ ਕੇ ਪੁੱਛਿਆ, ਤੀਜੀ ਵਾਰੀ ਜਦੋਂ ਪੁੱਛਿਆ, ਕਹਿਣ ਲੱਗੇ ਇਹੋ ਜਿਹਾ ਚਰਨਾਂ ਦੇ ਵਿੱਚ ਪਦਮ ਦਾ ਚਿੰਨ੍ਹ ਕਿਸੇ ਅਵਤਾਰੀ ਪੁਰਖ ਦੇ ਹੁੰਦਾ, ਜਿਹੜਾ ਮੈਂ ਇਹਦੇ ਚਰਨਾਂ ਵਿੱਚ ਅੱਜ ਵੇਖਿਆ। ਪਰ ਕਹਿੰਦੇ ਬਚਨ ਨਹੀਂ ਕਿਸੇ ਨਾਲ ਕਰਨਾ,
कदे कदे जे कोई सिंह संतां दे चरनां दी सेवा करदा सी उन्हां नूं उहदे दर्शन हो जांदे सन, पर आप नहीं दसदे सन, संकोच ही रखते सन। बहुत भाणा मनण वाली बिरती सी उन्हां दी। एक वारी इत्थे जदों वड्डे महापुरुख संत बाबा करतार सिंह जी खालसा सचखंड प्याना कर गए साध संगत जी, उन्हां दा संकोचमा जीवन और भाणा मनण वाला अजर जरन वाला जीवन बा कमाल तकिया है। संत किते संत बाबा करतार सिंह जी नूं सचखंड गया नूं अजे 20-25 दिन ही होए सन। दशहरा मना के जथा हटिया सी और संत किते बाहर गए होए विद्यालय कमरे दे विच एक विच बाबा गुरबचन सिंह जी मानोचाल, भाई मेजर सिंह वां जिन्हां नूं बाबा मेजर सिंह जी वां वाले आपां आखदे हां, एक अमर शहीद भाई लखा सिंह जी नागोकियां दे जो 6 जून 1984 नूं सचखंड श्री हरमंदर साहब शहीद होए महापुरखां नाल। ये कुछ क सिंह कमरे विच बैठे गल्लां कर रहे सन आपस दे विच, ते संतां दे सचखंड जाण दा बहुत ਸਿੰਘਾਂ ਦੇ ਉੱਤੇ गहरा असर सी। बहुत वैराग दे विच सारा जथा रहिंदा सी। पर जवानी च महापुरखां दा विछोड़ा हो गया। सिखरां ते उस समय जथेबंदी दा प्रताप सारे संसार विच फैलिया होया सी और 8 साल ही वड्डे संतां नूं सचखंड ज्ञान होए सन। जवानी विच महापुरखां दा तुर जाना ਸਿੰਘਾਂ दे उत्ते बहुत डाढा असर सी। कई बारी सिंह अकले बैठ बैठ के वैराग दे विच रोंदे रहिंदे सन संतां नूं चेते करके। ये सिंह वैराग दे विच बचन कर रहे सन, कहंदे भी संत बाबा करतार सिंह जी खालसा जी वर्गा प्यार नहीं हुण आपां नूं मिलना। वो तां इन्नी शक्ति दे मालक सन, जिहड़ा मन विच फुरना हुंदा सी, फुरना बाद विच हुंदा सी, पहले ही बुझ लैंदे, पहले ही उत्तर दे दिंदे सन। और इन्ना प्यार करते सन कि इन्ना प्यार इन्ना स्नेह माँ बाप भी नहीं दे सकते जिन्ना वो सानू प्यार दिंदे सन। बाबा गुरबचन सिंह जी मानोचाल बड़े चढ़दी कला वाले सिंह सन। भाई मेजर सिंह वां नूं कहण लगे, जिहड़ा हुण संत अपना जथेबंदी दा मुखी बनिया ना, मैं तां इहनूं तां संत मन्नूंगा जे अपने मन दियां बुझ के दसे, जो अपने मन विच फुरना आवे वो दस दवे और आपां नूं उन्ना ही प्यार मिले, फिर मनांगे कि इहदे विच कोई कणी है। ये गल्लां ही कर रहे सन। गल्लां करदिआं दिन गुजर गया, शामां पै गईयां। संत आए मिनी बस विचों उतर के लंगर वल नूं, जिधर अपना बोड़ दा दरख्त है, इत्थे एक भाई गुरबचन सिंह मानोचाल, बाबा मेजर सिंह वां, भाई लखा सिंह नागोकियां वाले खलोते गल्लां कर रहे सन होर ਸਿੰਘਾਂ नाल। संत सीधे इन्हां कोले गए, जाके फतेह गजाई हाल चाल पुछया। हाल चाल पुछ के उत्थों इन्हां नूं नाल लैके अपने कमरे विच उत्ते विद्यालय विच चले गए। वो कमरा महापुरखां दा यादगारी रूप विच आपां साਂਭ के रखिया होया है। संगतां दे जां वड्डे वड्डे कोई इतिहासकार आउंदे है, पत्रकार आउंदे है, खोज करन वाले खोज अर्थी आउंदे है, पुछदे है भी संत कित्थे रहिंदे सन। फिर वो सारे ਸਿੰਘਾਂ नाल गुरमता करके सलाह करके विद्यालय विचों कमरा ज्यों दा त्यों संभाल के रखिया। भावें ये सेवा सारी जथेदार बाबा अजीत सिंह जी ने बड़ी मेहनत नाल करवाई है ज़्यादा, बाकी संगतां दा भी योगदान है, पर ये 2 कमरे महापुरख बाबा ठाकर सिंह जी वाला ते संतां वाला संभाल के ज्यों दा त्यों ही उही कंधां और उही दरवाजे बारियां उस तरह संभाल के रखण दा यतन कीता है। निशानी वजों यादगार वजों कोई पूजा नहीं करन वास्ते रखिया। पूजा तो अकाल की परचा शब्द का दीदार खालसे का। साधां दे डेरियां विच वो अपने साधां दे कमरियां दियां पूजा कराउंदे आ, गोलकां रख लैंदे आ, फोटोआं नूं मत्थे टकाई जांदे आ। इस परपज लई नहीं, मत्था तो धन गुरु ग्रंथ साहब जी नूं ही टेकना।
जो भेटा करनी है वो गुरु ग्रंथ साहब जी के चरणों विच ही करनी है। नमस्कार तो धन गुरु ग्रंथ साहब जी नूं करनी है। वो केवल निशानी वजों इतिहासक वो कमरे बन चुके हैं, तां करके देखण वालियां नूं ये भी एहसास होवे किहो जिहा सादा जीवन गुजारिया कौम दे उस जरनैल ने। वो चाहुंदे तां सोने दे महलां विच भी रह सकदे सन, जे चाहुंदे मैते सोने दियां कंधां खड़ियां कर सकदे सन। ऐसी किरपा सी उन्हां उत्ते कलगीधर पातशाह जी दी। अपने कमरे विच लै गए, आप पलंग ते बैठ गए, सिंह थल्ले बह गए, बड़े प्यार नाल हथ जोड़ के पता की कहा, कहंदे सिंघो अपनी अंतरजामता नाल, कहंदे सिंघो मैं संत बाबा करतार सिंह जी खालसा जी दे चरनां दी धूड़ दे किणके वर्गा भी मेरा जीवन नहीं है। उन्हां वर्गा मैं 100 जन्म भी नहीं कदे बन सकदा। मैं यतन करांगा कि तुहानू उन्ना प्यार दे सकां, तुहाडे नाल निभ सकां और महापुरखां दे आपां पाए हुए पूरनियां ते चल सकीए सारे। इन्ने बचन कहण दी देर सी बाबा गुरबचन सिंह भज के चरण फड़ लए ते चरनां नूं साध संग जी वैराग दे अथरूआं नाल इन्हां दोनां ने, भाई मेजर सिंह वां ते बाबा गुरबचन सिंह मानो विचाल, दोनां ने चरण धोते और सीधे शब्दां विच कहा, कहंदे साधा तैनूं मन गए, संत करतार सोना दी संगत कीती सी महापुरखां दी, पर सानू तां तूं उन्हां नालों भी वध के 1.25 शेर मिल गया। कहंदे हुण ये किरपा करी कि इस मात लोक ते भी साडा साथ ना छड्डी ते सचखंड नूं भी नाल ही लैके जाई। जे कोई लेट फेट हो गई तो फिर अपने पास बुला लई। महापुरखा ने बड़ा घुट के गलवकड़ी विच लैके प्यार किया साध संगत जी। सो ऐसे वो महापुरख सन, उन्हां दे कुछ ऐसे बचन है ना, वो संगतां विच प्रचारने बड़े जरूरी है। बहुत वड्डी गिणती विच संगतां जिहड़ियां ना जां वड्डे वड्डे राइटर उन्हां दे जुझारू पक्ष नूं ही बयान दे है, पर जिहड़ी उन्हां दी आत्मक अवस्था सी, जिहड़ी उन्हां दी घालना सी, उस नूं अजे उन्हां प्रचारिया प्रसारिया नहीं गया। किड्डी वड्डी घालना सी। एक हलाई विच एक जपजी साहब दा पाठ कर लेना, 2.5 मिनट विच जपजी साहब दा पाठ बोल के कर दिंदे सन साध संगत जी। ऐसी उन्हां दी अवस्था सी। जदों मई दे महीने 1965 विच वड्डे संतां दी मंग तो आप जी जथे विच गए गुरुद्वारा नाभा साहिब। कुछ दिन अजे प्रेमी करतार सिंह जी लंघे आने वालियां पास संथ्या लाई नूं होया, जपजी साहब दी संथ्या हो गई। एक दिन संत बाबा गुरबचन सिंह जी खालसा पिंडरां वाले नाभा साहब गुरुद्वारा, जिथे धन गुरु तेग बहादुर साहब जी का सीस भाई जीवन सिंह जी रंगरेटा आप लेके आके दिल्ली तो कुछ घड़ियां रुके सन और उत्थे धन गुरु गोबिंद सिंह साहब जी ने भी चरण पाए। उस स्थान ते जथा जेठ का महीना सिੱਖੀ दे प्रचार लिए रुकया करदा सी, दोनों समय कथा चलती हुंदी सी। सो महापुरख उत्थे गए हुए सन। संतां दी गुरबाणी दी संथ्या भी उत्थे ही प्रारंभ हुई सी जदों जथे विच गए हैं नाभा साहब। और जपजी साहब की संथ्या हो गई। संथ्या दे नाल नाल ही जपजी साहब जवानी जात। मैं कल बेनती कर रहा सी परसों भी मन की एकाग्रता नहीं जिन्ना चिर हुंदी ना उन्ना चिर गुरबाणी याद नहीं हुंदी। जिन्ना किसी सिख का मन वधेरे एकाग्र हुंदा उन्नी उन्होंने गुरबाणी वध याद हो जाती है। एकाग्रता दे विच शक्ति है। संतां दा बहुत मन गुरबाणी विच एकाग्र रहिंदा सी हमेशा ही।
तो वड्डे संत कहंदे ਸਿੰਘਾਂ ਨੂੰ भाई आपां पैदल तुर के जाना। नेड़े लोहगढ़ साहिब गुरुद्वारा है, नाभा साहब के नज़दीक ही है। उत्थे दसम पातशाह महाराज जी ने चरण पाए, आपां उत्थे दर्शन करन जाना। संत बाबा जरनैल सिंह जी भी भटंगी रूप दे विच नाल चल पे। तो नाभा साहब तो अगे चल के महापुरुख संत बाबा जरनैल सिंह जी नूं कहण लगे, भटंगिया जपजी साहब का पाठ सुना। एक जपजी साहब का पाठ सुनाया। कहंदे एक होर सुना। सुनाई तेज तेज तेजी दे नाल, बहुत जल्दी मिनटां विच ही जपजी साहब का पाठ सुनाता। कहंदे चंगा एक होर सुना, सहज सहज हौली हौली सुना। तो जपजी साहब उत्थे संपूर्ण होवे जदों आपां लोहगढ़ साहिब पहुँच जाइए। मठार मठार के इन्ने प्रेम नाल जपजी साहब का पाठ किया ना साध संगत जी, महापुरुखों का हिरदा गदगद हो उठिया। कहंदे भटंगिया कलगीधर पातशाह तेरे ते बहुत वड्डियां रहमतां करनगे, जिवें तू गुरबाणी का पाठ सानू सुनाया। साडा मन बहुत तेरे ते प्रसन्न है। पर कहंदे दो बचन चेते रखी, गुरबाणी दी संथ्या दे नाल नाल, गुरबाणी दे अभ्यास दे नाल नाल दोनों वक्त कथा सुननी है। जाके महाराज दी हजूरी विच कथा सुनन दा नियम नहीं कदे छड्डना। भाव सत संगत करनी है। सत संगत दे विच जरूर जाना दोनों वक्त। अमृत वेले भी दीवान विच जाके कीर्तन कथा सुनना, तो शाम नूं भी कीर्तन कथा सुनना। फिर महाराज तेरे उत्ते बहुत वड्डियां बख्शिशां और रहमतां करनगे। और नाल नाल एक बचन कहंदे होर है, लंगर दे विच सेवा जरूर करनी है, जिन्नी भी कर सके वध तो वध। ते साध संगत जी पुराने सिंह दसदे है, जिन्हां ने वेख्या प्रशादे वरताउने, बर्तन मांजने, झाड़ू देना, ये उन्हां दा नित नियम सी जथे विच। और ਸਿੰਘਾਂ दे जोड़े चाणने। एडी वड्डी कठिन सेवा भी सिमरन अभ्यास दे नाल नाल करदे सन। एक दिन वड्डे संतां ने पुछया, ਸਿੰਘਾ तेरी की इच्छा है? कहण लगे महाराज कोई होर इच्छा नहीं, कलगीधर पाठ था धन गुरु गोबिंद सिंह साहब जी के दर्शन करने की इच्छा जरूर है, महाराज के प्रतख दर्शन हो जाण। कहंदे नितनेम की करदा? कहंदे जी 5 बाणियां ते 21 जपजी साहब के पाठ। भाई गोदड़िया 21 जपजी साहब के पाठ करदा सी। तुहाडे मुखार बिंद तो ये बचन सुने सी, मैं उदों तो नियम बना लिया। कहंदे हुण 21 नहीं 51 पाठ जपजी साहब के करया करने आ, और हौली हौली वधाउंदे इन्हां नूं 101 तक लै जाना। सो महापुरखों ने फिर साध संगत जी महापुरखों का बचन मन के 1.25 लाख जपजी साहब जी का पाठ पूरा किया। 101 पाठ रोज़ करते सन जपजी साहब जी का। और सेवा भी इन्नी तपस्या इन्नी घालना उन्होंने जीवन दे विच कमाई हुई सी। हजूर साहब सिमरन करदियां करदियां हीरा घाट एक दिन गोदावरी के कंढे अमृत वेले बैठे नितनेम कर रहे सन। 2 बजे इशनान करके कुदरती मन विच फुरना आ गया कि जदों कोई बंदा नाम जपदा सिमरन करदा भगती करन तो बाद कहंदे उहदे अगे रिद्धियां सिद्धियां आ जांदियां, उहदी सेवा विच हाज़र हो जांदियां। अडे रिद्धियां सिद्धियां वाली कोई गल सामने नहीं आई, कोई घाट महसूस हुंदी है। फुरना करन दी देर सी साध संगत जी, और रिद्धियां सिद्धियां आकार रूप धार के सामने आ गईयां। गुरमुखां नूं नाम अभ्यासियां नूं पता लग जाता है जदों ये शक्तियां सेवा विच हाज़र हुंदियां, वो अंदरों फुरना उठा दिंदियां भी फुरना कर, तेरा किहड़ा फुरना पूरा करिए, कर इच्छा जो भी चाहुना तैनूं दवा दईए दे दईए। वो महापुरुष दसदे सी बई
ਹੁਣ ਰਿੱਧੀਆਂ ਸਿੱਧੀਆਂ ਦੇ ਫੁਰਨੇ ਅੰਦਰ ਚੱਲਣ ਲੱਗ ਪਏ ਤੇ ਨਾਮ ਸਿਮਰਨ ਦੇ ਵਿੱਚ ਖੜੋਤ ਆ ਗਈ, ਰਸ ਵਿੱਚ। ਸਾਰਾ ਦਿਨ ਗੁਜ਼ਰ ਗਿਆ ਇਸੇ ਚੱਕਰ ਵਿੱਚ, ਰਿੱਧੀਆਂ ਸਿੱਧੀਆਂ ਅੰਦਰ ਫੁਰਨਾ ਫੂਰੀ ਜਾਂਦੀਆਂ। ਫੁਰਨੇ ਇੱਥੋਂ ਤੱਕ ਜਿਹੜਾ ਵੀ ਸਾਹਮਣੇ ਆਉਂਦਾ ਉਹਦੇ ਮਨ ਵਿੱਚ ਜੋ ਫੁਰਨੇ ਆਉਂਦੇ ਆ ਉਸੇ ਨੂੰ ਬੁੱਝੀ ਜਾਂਦੇ ਆ, ਪਰ ਰਸਨਾ ਤੋਂ ਨਹੀਂ ਬੋਲ ਕੇ ਦੱਸਦੇ। ਅਜਰ ਜਰਨ ਵਾਲੀ ਅਵਸਥਾ ਸੀ, ਬੁੱਝੀ ਜਾਂਦੇ ਸਨ ਨਾਲ ਦਿਆਂ ਦੇ ਫੁਰਨੇ, ਪਰ ਬੋਲ ਕੇ ਨਹੀਂ ਦੱਸਦੇ ਸਨ। ਜਿਵੇਂ ਸ਼ੀਸ਼ੇ ਵਿੱਚ ਮੂੰਹ ਵੇਖ ਲਈਦਾ, ਇਸ ਤਰ੍ਹਾਂ ਸਾਰਾ ਕੁਝ ਉਹਨਾਂ ਦੇ ਸਾਹਮਣੇ ਆਈ ਜਾਂਦਾ ਸੀ, ਜਿਵੇਂ ਫਿਲਮ ਚੱਲਦੀ ਐਵੇਂ ਦਿਸੀ ਜਾਂਦਾ ਸੀ। ਸ਼ਾਮਾਂ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ, ਹੈ ਕਲਗੀਧਰ ਪਾਤਸ਼ਾਹ ਮੈਂ ਤਾਂ ਫੁਰਨਾ ਕਾਹਦਾ ਕਰ ਬੈਠਿਆ, ਮੇਰਾ ਤਾਂ ਸਾਰਾ ਦਿਨ ਬਾਣੀ ਵਿੱਚ ਸਿਮਰਨ ਵਿੱਚ ਮਨ ਨਹੀਂ ਲੱਗਾ, ਮਹਾਰਾਜ ਇਹਨਾਂ ਨੂੰ ਵਾਪਸ ਲੈ ਜਾਓ, ਮੇਰਾ ਖਹਿੜਾ ਛਡਾਓ, ਮੈਨੂੰ ਤਾਂ ਨਾਮ ਦਾ ਰਸ ਬਖਸ਼ੋ। ਰਿੱਧ ਸਿੱਧ ਸਾ ਮੋਹ ਹੈ, ਨਾਮ ਨਾ ਵਸੈ ਮਨ ਆਏ। ਨਾਮ ਦਾ ਮਨ ਵਿੱਚ ਉਨਾ ਚਿਰ ਟਿਕਾ ਨਹੀਂ ਹੁੰਦਾ ਜਿੰਨਾ ਚਿਰ ਰਿੱਧੀਆਂ ਸਿੱਧੀਆਂ ਦੇ ਵਿੱਚ ਫਸਿਆ ਹੋਇਆ ਹੈ। ਸੰਤ ਕਈ ਵਾਰੀ ਸਿੰਘਾਂ ਨੂੰ ਇਹ ਬਚਨ ਕਹਿ ਦਿੰਦੇ ਸਨ, ਕਹਿੰਦੇ ਐਵੇਂ ਨਾ ਛੋਟੇ ਛੋਟੇ ਫੁਰਨੇ ਕਰ ਲਿਆ ਕਰੋ, ਇਹ ਫੁਰਨੇ ਮੁੜ ਕੇ ਭਗਤੀ ਮਾਰਗ ਦੇ ਵਿੱਚ, ਬੰਦਗੀ ਮਾਰਗ ਦੇ ਵਿੱਚ ਵੱਡੀ ਰੁਕਾਵਟ ਬਣ ਜਾਂਦੇ ਆ ਰਸਤੇ ਦੇ ਵਿੱਚ। ਨਾਲ ਇਹ ਪੰਕਤੀ ਵੀ ਪੜ੍ਹਦੇ ਸਨ, ਚਾਲੇ ਥੇ ਹਰ ਮਿਲਨ ਕੋ ਵਿਚੈ ਅਟਕਿਓ ਚੀਤ। ਚੱਲੇ ਸੀ ਵਾਹਿਗੁਰੂ ਮਿਲਣ, ਰਸਤੇ ਵਿੱਚ ਹੀ ਮਨ ਰੁਕ ਗਿਆ ਰਿੱਧੀਆਂ ਸਿੱਧੀਆਂ ਦੇ ਪਰਚਾਵੇ ਵਿੱਚ। ਕਹਿੰਦੇ ਇਹਨਾਂ ਦੇ ਫੁਰਨੇ ਨਾ ਕਰਿਆ ਕਰੋ। ਸਿੰਘਾਂ ਨੇ ਪੁੱਛਿਆ ਜੀ ਫਿਰ ਕੀ ਕਰਾਮਾਤ ਵਾਪਰਦੀ ਹੈ, ਕੀ ਕੁਝ ਹੁੰਦਾ ਵੀ ਜਦੋਂ ਅਭਿਆਸੀ ਸਿਮਰਨ ਕਰਦਾ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਚਲਿਆ ਜਾਂਦਾ। ਕਹਿੰਦੇ ਅਸਲੀ ਕਰਾਮਾਤ ਇਹ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਤੁਰਠ ਕੇ ਮਹਾਰਾਜ ਜੋ ਮਰਜੀ ਝੋਲੀ ਵਿੱਚ ਪਾ ਦੇਣ, ਉਹਨੂੰ ਅਸਲੀ ਕਰਾਮਾਤ ਬਰਕਤ ਸਮਝ ਕੇ ਸਿਰ ਝੁਕਾ ਕੇ ਪ੍ਰਵਾਨ ਕਰਨਾ। ਆਪ ਨਹੀਂ ਫੁਰਨਾ ਕਰਨਾ, ਆਪ ਨਹੀਂ ਇੱਛਾ ਕਰਨੀ। ਮਹਾਰਾਜ ਕੋਈ ਸੇਵਾ ਲੈਂਦੇ ਲਈ ਜਾਣ, ਪਰ ਅੰਦਰੋਂ ਇੱਛਾ ਨਹੀਂ ਕਦੇ ਕਰਨੀ। ਉਹ ਇੱਛਾ ਵੀ ਨਹੀਂ ਕਰਦੇ ਸਨ, ਫੁਰਨਾ ਵੀ ਨਹੀਂ ਕਦੇ ਕਰਦੇ ਸਨ। ਇੰਨੀ ਨਿਰਿਛਤ ਅਵਸਥਾ, ਇੰਨੀ ਵੈਰਾਗਮਾਨ ਅਵਸਥਾ, ਇੰਨੀ ਤਿਆਗਮਾਨ ਅਵਸਥਾ ਮੈਂ ਆਪਣੇ ਜੀਵਨ ਵਿੱਚ ਕਿਸੇ ਮਹਾਂਪੁਰਖ ਦੀ ਨਹੀਂ ਵੇਖੀ। ਸੋ ਸਾਧ ਸੰਗਤ ਜੀ ਬਹੁਤ ਉੱਚੀ ਅਵਸਥਾ ਦੇ ਮਾਲਕ ਸਨ। ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲਿਆਂ ਨੇ ਬਚਨ ਸੁਣਾਇਆ ਆਪ। ਕਹਿੰਦੇ ਇੱਕ ਸਿੰਘ ਅੰਮ੍ਰਿਤਸਰ ਸਾਹਿਬ ਗਿਆ, ਮੋਰਚਾ ਚੱਲਦਾ ਸੀ, ਉਹਦੇ ਮਨ ਵਿੱਚ ਸੰਕਲਪ ਹੋ ਗਿਆ ਵੀ ਜਿਹੜਾ ਪੂਰਨ ਸੰਤ ਹੁੰਦਾ, ਕਹਿੰਦੇ ਉਹਦਾ ਰੋਮ ਰੋਮ ਜਿਹੜਾ ਹੈ ਉਹਦੇ ਵਿੱਚੋਂ ਵਾਹਿਗੁਰੂ ਸਿਮਰਨ ਦੀ ਆਵਾਜ਼ ਆਉਂਦੀ ਹੈ। ਪਰ ਕਹਿੰਦਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਨਾਮ ਬੜਾ ਸੁਣਿਆ, ਬੜੀ ਇਹਨਾਂ ਦੀ ਦੁਨੀਆ ਵਿੱਚ ਸ਼ੋਭਾ ਜਸ ਸਤਿਕਾਰ ਹੈ, ਦਰਸ਼ਨ ਵੀ ਕੀਤੇ ਹੈ, ਪਰ ਕੋਈ ਇਹੋ ਜਿਹਾ ਝਲਕਾਰਾ ਨਹੀਂ ਦਿਸਿਆ। ਉਹ ਮਨ ਵਿੱਚ ਫੁਰਨਾ ਹੀ ਕਰ ਰਿਹਾ ਸੀ। ਸੰਤ ਸੱਚਖੰਡ ਹਰਿਮੰਦਰ ਸਾਹਿਬ ਤੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਅੰਤਾਂ ਦਾ ਮੋਹ ਸੀ, ਅੰਤਾਂ ਦਾ ਇਸ਼ਕ ਕਹਿ ਲਓ। ਇੱਕ ਸਰੋਵਰ ਵਿੱਚ ਇਸ਼ਨਾਨ ਕਰਨਾ, ਇੱਕ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ, ਇਹ ਤਾਂ ਉਹਨਾਂ ਦੀ ਜ਼ਿੰਦਗੀ ਸੀ। ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੌਲੀ ਸਾਹਿਬ ਸਿੰਘਾਂ ਨੂੰ ਜਥੇ ਵਿੱਚ ਵਿਦਿਆਰਥੀ ਕਾਲ ਵਿੱਚ ਨਾਲ ਲਿਜਾ ਕੇ ਆਪ 84 ਪਾਠ, ਸਿੰਘਾਂ ਨੂੰ ਕਈ ਵਾਰੀ 20 ਘੰਟੇ ਲੱਗ ਜਾਂਦੇ ਸਨ। 84 ਪਾਠ, 84 ਇਸ਼ਨਾਨ, ਬਹੁਤ ਟਾਈਮ ਲੱਗ ਜਾਂਦਾ। ਪਰ ਸੰਤ 10 ਘੰਟਿਆਂ ਵਿੱਚ ਹੀ, ਕਈ ਵਾਰੀ 7-8 ਘੰਟਿਆਂ ਵਿੱਚ ਹੀ ਇਹ ਸਾਰਾ ਅਭਿਆਸ ਸਾਧਨਾ ਪੂਰੀ ਕਰ ਲੈਂਦੇ ਸਨ। ਖਡੂਰ ਸਾਹਿਬ ਅੰਮ੍ਰਿਤ ਸੰਚਾਰ ਕਰਨ ਦੀ ਸੇਵਾ ਵਿੱਚ ਮਹਾਂਪੁਰਸ਼ਾਂ ਦੀ ਡਿਊਟੀ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਜਥੇ ਸਮੇਤ ਗਏ। ਜਥੇ ਦੇ ਵਿੱਚੋਂ 75% ਸਿੰਘ ਸਾਰੇ ਹੀ ਗੋਂਦਵਾਲ ਸਾਹਿਬ ਚਲੇ ਗਏ 84 ਪਾਠ ਜਪਜੀ ਸਾਹਿਬ ਦੇ ਕਰਨ ਵਾਸਤੇ। ਤੇ ਪਿੱਛੇ ਅੰਮ੍ਰਿਤ ਸੰਚਾਰ ਦਾ ਦਿਨ ਸੀ। ਸੰਤ ਤੇ ਸੰਤਾਂ ਦੇ ਨਾਲ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਥੋੜੇ ਸਿੰਘ ਰਹਿ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਸਿੰਘਾਂ ਨੂੰ ਕਹਿਣ ਲੱਗੇ, ਆਪਾਂ ਨੇ ਨਹੀਂ ਜਾਣਾ, ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣੀ ਹੈ ਤੇ ਮਹਾਂਪੁਰਸ਼ ਬਹੁਤ ਨਾਰਾਜ਼ ਹੋਣਗੇ, ਸੇਵਾ ਸਭ ਤੋਂ ਉੱਤਮ ਹੈ।
ਸਿੰਘਾਂ ਨੇ ਮਨ ਵਿੱਚ ਬੜਾ ਦੁੱਖ ਜਿਹਾ ਮਨਾਇਆ ਵੀ ਭਾਈ ਜਰਨੈਲ ਸਿੰਘ ਸਾਨੂੰ ਬਦੋ ਬਦੀ ਜਾਣ ਨਹੀਂ ਦਿੰਦਾ, ਅਸੀਂ ਗੋਇੰਦਵਾਲ ਸਾਹਿਬ ਜਾਣਾ ਸੀ, ਸਾਨੂੰ ਰੋਕੀ ਜਾਂਦਾ। ਮਹਾਂਪੁਰਖ ਕਹਿਣ ਲੱਗੇ ਕੋਈ ਨਹੀਂ, ਆਪਾਂ ਸੇਵਾ ਕਰ ਲਈਏ, ਫਿਰ ਆਗਿਆ ਲੈ ਕੇ ਚੱਲ ਜਾਵਾਂਗੇ। ਅੰਮ੍ਰਿਤ ਸੰਚਾਰ ਹੋਇਆ। ਸੰਤ ਪੰਜਾਂ ਪਿਆਰਿਆਂ ਵਿੱਚ ਜਥੇਦਾਰ ਦੀ ਸੇਵਾ ਨਿਭਾ ਰਹੇ ਸਨ। ਅੰਮ੍ਰਿਤ ਛਕਾ ਕੇ ਜਦੋਂ ਵਿਹਲੇ ਹੋ ਗਏ ਕਹਿੰਦੇ ਆਓ ਸਿੰਘੋ ਸਾਰੇ ਕਿਰਿਆ ਸੋਧ ਕੇ ਆਓ। ਆ ਗਏ ਤਪਿਆਣਾ ਸਾਹਿਬ ਸਰੋਵਰ ਦੇ ਕਿਨਾਰੇ ਤੇ ਸਾਰਿਆਂ ਨੂੰ ਬਿਠਾ ਲਿਆ। ਕਹਿੰਦੇ ਕਰੀ ਚਲੋ ਇਸ਼ਨਾਨ ਤੇ ਬੈਠ ਕੇ ਪੌੜੀਆਂ ਦੇ ਉੱਤੇ ਜਪਜੀ ਸਾਹਿਬ ਦੇ ਪਾਠ ਕਰੋ। ਆਪ ਵੀ ਲੱਗ ਪਏ। ਇੱਕ ਇੱਕ ਪਾਠ, ਇੱਕ ਇੱਕ ਇਸ਼ਨਾਨ, ਇੱਕ ਇੱਕ ਪਾਠ, ਇੱਕ ਇੱਕ ਇਸ਼ਨਾਨ। 84 ਪਾਠ ਜਪਜੀ ਸਾਹਿਬ ਜੀ ਦੇ ਉੱਥੇ ਤਪਿਆਣਾ ਸਾਹਿਬ ਸਰੋਵਰ ਦੇ ਵਿੱਚ ਹੀ ਕੀਤੇ। ਅਰਦਾਸ ਕੀਤੀ। ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਉੱਧਰੋਂ ਤੁਰੇ ਆ ਰਹੇ ਆ, ਸੰਤ ਅਰਦਾਸ ਕਰਨ ਅੰਦਰ ਨੂੰ ਜਾ ਰਹੇ ਆ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਕਹਿੰਦੇ ਭਾਈ ਜਰਨੈਲ ਸਿੰਘ ਜੀ ਬਿਆਸੀ ਜੀ, ਜਿਹੜਾ ਫਲ ਉਹਨਾਂ ਸਿੰਘਾਂ ਨੂੰ ਗੋਇੰਦਵਾਲ ਸਾਹਿਬ ਮਿਲਣਾ ਸੀ ਉਹ ਫਲ ਇੱਥੇ ਹੀ ਨਾ ਸਾਰਿਆਂ ਨੂੰ ਪੂਰਾ ਕਰਾਤਾ। ਤੁਸੀਂ ਮਹਾਰਾਜ ਦੇ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਈ ਹੈ, ਤੁਸੀਂ ਕਲਗੀਧਰ ਦੀਆਂ ਖੁਸ਼ੀਆਂ ਲੈ ਲਈਆਂ, ਤੁਹਾਨੂੰ ਉਨਾ ਹੀ ਫਲ ਸਾਰਿਆਂ ਨੂੰ ਮਿਲ ਜਾਣਾ ਜਿੰਨਾ ਗੋਇੰਦਵਾਲ ਸਾਹਿਬ ਜਾ ਕੇ ਸਿੰਘਾਂ ਨੇ ਪਾਠ ਕਰਕੇ ਫਲ ਪ੍ਰਾਪਤ ਕੀਤਾ। ਮਰਜ਼ਾਦਾ ਗੋਇੰਦਵਾਲ ਸਾਹਿਬ ਦੀ ਉਹ ਹੈ, ਪਰ ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਸੇਵਾ ਦਾ ਸਤਿਕਾਰ ਰੱਖਿਆ ਔਰ ਉਹ ਨਿਯਮ ਵੀ ਪੂਰਾ ਕਰ ਲਿਆ। ਸੋ ਸਾਧ ਸੰਗਤ ਜੀ, ਐਸੀ ਉਹਨਾਂ ਦੀ ਮਹਾਨ ਸਾਧਨਾ ਸੀ, ਮਹਾਨ ਘਾਲਣਾ ਸੀ। ਸੇਵਾ ਔਰ ਸਿਮਰਨ ਦੇ ਵਿੱਚ ਜਥੇ ਵਿੱਚ ਰਹਿੰਦਿਆਂ ਵੀ ਸੇਵਾ ਔਰ ਸਿਮਰਨ ਦਾ ਪਰਚਾ ਉਹਨਾਂ ਨੇ ਹਮੇਸ਼ਾ ਬਣਾ ਕੇ ਰੱਖਣਾ। ਐਸੀ ਮਹਾਨ ਉਹਨਾਂ ਨੇ ਘਾਲਣਾ ਘਾਲੀ। ਮਹਾਨ ਸੇਵਾ ਦੇ ਵਿੱਚ, ਮਹਾਨ ਸਿਮਰਨ ਦੇ ਵਿੱਚ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਜੋੜ ਕੇ ਰੱਖਿਆ। ਸੋ ਵਿਸ਼ੇਸ਼ ਰੂਪ ਦੇ ਵਿੱਚ ਵੀ ਸਿਮਰਨ ਕਰਦੇ ਰਹਿੰਦੇ ਸਨ ਔਰ ਨਿਤ ਦਾ ਨੇਮ ਵੀ ਜਿਹੜਾ ਸੀ ਉਹ ਵੀ ਪੂਰਾ ਨਿਭਾਉਂਦੇ ਸਨ। ਕਦੇ ਉਸ ਤੋਂ ਵੀ ਪਿੱਛੇ ਨਹੀਂ ਹਟਦੇ ਸਨ। ਇਸ ਕਰਕੇ ਉਹਨਾਂ ਮਹਾਂਪੁਰਖਾਂ ਨੇ ਬਹੁਤ ਵੱਡੀ ਨਾਮ ਦੀ ਸੇਵਾ ਦੀ ਘਾਲਣਾ ਘਾਲੀ ਹੈ, ਜਿਨ੍ਹਾਂ ਦੀ ਆਪਾਂ ਮਿੱਠੀ ਯਾਦ ਨੂੰ ਮਨਾ ਰਹੇ ਹਾਂ। ਸੋ ਆਓ ਸਾਧ ਸੰਗਤ ਜੀ, ਹੁਣ ਆਪਾਂ ਸਮਾਂ ਥੋੜ੍ਹਾ ਰਹਿ ਰਿਹਾ ਹੈ, ਗੁਰ ਇਤਿਹਾਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰੀਏ। ਗੁਰਸਿੱਖਾਂ ਦੇ ਪ੍ਰਸੰਗ ਇੱਥੇ ਸੰਪੂਰਨ ਹੋਏ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕੀ ਕਿਰਪਾ ਕਰ ਰਹੇ ਹੈ। ਸ੍ਰੀ ਤਰਨ ਤਾਰਨ ਸਾਹਿਬ ਸਰੋਵਰ ਦੀ ਕਾਰ ਸੇਵਾ ਕਰਾਉਣ ਦਾ ਸੰਕਲਪ ਕਰ ਰਹੇ ਆ ਮਹਾਰਾਜ ਕਿ ਤਰਨ ਤਾਰਨ ਸਾਹਿਬ ਵਸਾਉਣਾ, ਸਰੋਵਰ ਬਣਾਉਣਾ ਜੀਵਾਂ ਦੇ ਪਰਉਪਕਾਰ ਲਈ। ਉਹ ਪ੍ਰਸੰਗ ਬਹੁਤ ਹੀ ਰਸਦਾਇਕ ਅੱਗੇ ਆ ਰਹੇ ਹਨ। ਆਪ ਮਨ ਬਿਰਤੀ ਨੂੰ ਇਕਾਗਰ ਕਰਕੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਇੰਦਵਾਲ ਜਾਨ ਕੋ ਚਾਹਾ। ਅੰਮ੍ਰਿਤਸਰ ਸਾਹਿਬ ਤੋਂ ਸਤਿਗੁਰੂ ਜੀ ਨੇ ਆਪਣੇ ਨਾਨਕੇ ਘਰ ਨੂੰ, ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਨਾ। ਨਾਨਾ ਨਾਨੀ, ਮਾਮੇ ਮਾਮੀਆਂ ਬਹੁਤਾ ਪਿਆਰ ਦਿੰਦੇ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਨਕਾ ਘਰ ਹੈ ਗੋਇੰਦਵਾਲ ਸਾਹਿਬ। ਸਿੱਖੀ ਦਾ ਧੁਰਾ ਤਾਂ ਹੀ ਕਿਹਾ ਨਾ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਇਸ ਕਰਕੇ ਸਤਿਗੁਰੂ ਜੀ ਨੇ ਸੰਕਲਪ ਉਠਾਇਆ, ਆਪਣੇ ਹਿਰਦੇ ਵਿੱਚ ਆਪਣੀ ਇੱਛਾ ਨਾਲ ਗੋਇੰਦਵਾਲ ਸਾਹਿਬ ਨੂੰ ਜਾਣਾ ਚਾਹਿਆ ਹੈ। ਸੰਤਤ ਗੁਰੂ ਅਮਰ ਕੇ ਪਾਹਾ। ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੀ ਭਾਈ ਮੋਹਰੀ ਆਦਿਕ ਸਤਿਗੁਰਾਂ ਦੇ ਸਾਹਿਬਜ਼ਾਦੇ ਰਹਿੰਦੇ ਆ, ਸਤਿਗੁਰਾਂ ਦੇ ਮਾਮੇ ਲੱਗਦੇ ਆ, ਉਹਨਾਂ ਨੂੰ ਮਿਲਣ ਵਾਸਤੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਇੱਛਾ ਕੀਤੀ ਹੈ। ਕਰ ਤਿਆਰੀ ਸਿੱਖ ਸੰਗ ਵਿਸਾਲ। ਪੂਰੀ ਤਿਆਰੀ ਕੀਤੀ ਹੈ। ਬਹੁਤ ਸਿੱਖ ਸੰਗਤਾਂ ਗੁਰੂ ਕੇ ਸਿੱਖ ਨਾਲ ਹਨ। ਜਿਨ ਮੈਂ ਬ੍ਰਹਮ ਗਿਆਨੀ ਮੁਖ ਜਾਲ। ਸਮੂਹ ਖਾਸ ਖਾਸ ਬ੍ਰਹਮ ਗਿਆਨੀ ਗੁਰਸਿੱਖ ਵੀ ਸਤਿਗੁਰਾਂ ਦੇ ਨਾਲ ਹਨ। ਬਾਬਾ ਬੁੱਢਾ ਜੀ ਜੈਸੇ ਬ੍ਰਿਧ ਤੇ ਆਦ ਸੇਵ ਗੁਰ ਭੀਨੇ। ਧੰਨ ਬਾਬਾ ਬੁੱਢਾ ਜੀ ਤੋਂ ਲੈ ਕੇ ਸੇਵਾ ਦੇ ਰਸ ਵਿੱਚ ਭਿੱਜੇ ਹੋਏ ਜਿਹੜੇ ਹਨ। ਗਮਨ ਹੇਤ ਸਭ ਹਨ ਮਨ ਕੀਨੇ। ਸਾਰਿਆਂ ਦੀ ਇੱਛਾ, ਸਾਰਿਆਂ ਦਾ ਹੀ ਫੁਰਨਾ ਹੋਇਆ ਕਿ ਸਤਿਗੁਰਾਂ ਦੇ ਨਾਲ ਚੱਲੀਏ।
ਜ਼ਰੂਰ ਜਾਣਾ ਚਾਹੀਦਾ ਹੈ। ਸ਼੍ਰੀ ਅਰਜਨ ਗੁਰ ਗੁਣਨ ਉਦਾਰ, ਗੁਣਾਂ ਦੇ ਖਜ਼ਾਨੇ, ਗੁਣਾਂ ਦੇ ਸਮੁੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਨਿਤ ਪ੍ਰਤ ਚਾਹਤ ਪਰ ਉਪਕਾਰ, ਹਮੇਸ਼ਾ ਜੀਵਾਂ ਤੇ ਪਰ ਉਪਕਾਰ ਜੋ ਚਾਹੁੰਦੇ ਹੈ, ਜਿਨ੍ਹਾਂ ਦਾ ਮਨੋਰਥ ਹੀ ਪਰ ਉਪਕਾਰ ਕਰਨਾ, ਜੀਵਾਂ ਦਾ ਭਲਾ ਕਰਨਾ, ਇਹ ਕਲਯੁਗੀ ਜੀਵਾਂ ਦਾ ਉਧਾਰ ਕਰਨਾ, ਇਹੀ ਉਹਨਾਂ ਸਤਿਗੁਰਾਂ ਦਾ ਹਿਰਦਾ ਹੈ ਪਰ ਉਪਕਾਰੀ। ਜਿਮ ਸੂਰਜ ਕਰ ਮਹਾਪ੍ਰਕਾਸ਼, ਜਿਵੇਂ ਸੂਰਜ ਬਹੁਤ ਜ਼ਿਆਦਾ ਪ੍ਰਕਾਸ਼ ਕਰਦਾ ਹੈ, ਚਾਨਣ ਬਖੇਰਦਾ ਹੈ ਧਰਤੀ ਦੇ ਉੱਤੇ, ਸਕਲ ਜਗਤ ਕੋ ਦੇ ਸੁਖ ਰਾਸ, ਸਾਰੇ ਸੰਸਾਰ ਨੂੰ ਸੁੱਖਾਂ ਦਾ ਖਜ਼ਾਨਾ ਦੇ ਦਿੰਦਾ ਹੈ। ਸੂਰਜ ਚੜ੍ਹਦਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਹਨੇਰਾ ਮੁੱਕ ਗਿਆ, ਹੁਣ ਸੂਰਜ ਦਾ ਪ੍ਰਕਾਸ਼ ਹੋ ਗਿਆ। ਸੂਰਜ ਹੋਰ ਵੀ ਬਹੁਤ ਕੰਮ ਸਵਾਰਦਾ ਹੈ, ਇਸ ਕਰਕੇ ਸਾਰੇ ਸੰਸਾਰ ਨੂੰ ਸੁੱਖਾਂ ਦੀ ਰਾਸ਼ੀ ਦਿੰਦਾ ਹੈ ਸੂਰਜ। ਨਿੰਦਕ ਦੁਸ਼ਟ ਉਲੂਕ ਨਾ ਜਾਣੈ, ਦੁਨੀਆ ਸੂਰਜ ਦੇ ਪ੍ਰਕਾਸ਼ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਪ੍ਰਸੰਨ ਹੁੰਦੀ ਹੈ, ਪਰ ਜਿਹੜਾ ਉੱਲੂ ਹੈ ਉਹਨੂੰ ਸੂਰਜ ਦਾ ਪ੍ਰਕਾਸ਼ ਚੰਗਾ ਨਹੀਂ ਲੱਗਦਾ। ਗੁਰਮੁਖਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੂਰਜ ਦੇ ਪ੍ਰਕਾਸ਼ ਦਾ ਬਹੁਤ ਵੱਡਾ ਮਨ ਵਿੱਚ ਚਾਅ ਤੇ ਉਤਸ਼ਾਹ ਹੈ, ਪ੍ਰਸੰਨਤਾ ਹੈ। ਪਰ ਜਿਹੜੇ ਦੁਸ਼ਟ ਨਿੰਦਕ ਹਨ ਉਹ ਉੱਲੂਆਂ ਵਰਗੇ ਆ, ਉਹਨਾਂ ਤੋਂ ਸਤਿਗੁਰੂ ਜੀ ਦਾ ਪ੍ਰਤਾਪ ਨਹੀਂ ਸਹਾਰਿਆ ਜਾਂਦਾ। ਅੰਧ ਬਨੈ ਨਿਜ ਬੁਰਾ ਸੋ ਠਾਨ ਹੈ, ਉਹ ਅੰਨੇ ਬਣੇ ਹੋਏ ਆ, ਆਪਣਾ ਬੁਰਾ ਆਪ ਹੀ ਕਰ ਰਹੇ ਹਨ। ਜਿਹੜੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਵੇਖ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੂਰਜ ਰੂਪ ਤੋਂ ਦੁਖੀ ਹੁੰਦੇ ਹਨ, ਉਹ ਆਪਣਾ ਬੁਰਾ ਆਪ ਹੀ ਕਰਦੇ ਆ। ਛੱਡ ਖਾਸੇ ਪਰ ਸਤਿਗੁਰ ਚੱਲੇ, ਪਾਲਕੀ ਤਿਆਰ ਕਰਕੇ ਸਤਿਗੁਰੂ ਜੀ ਪਾਲਕੀ ਦੇ ਵਿੱਚ ਸਵਾਰ ਹੋਣ ਵਾਸਤੇ ਚੱਲੇ ਆ, ਤੁਰੇ ਆ। ਮਾਤਾ ਜੀ ਕਰ ਬੰਧਨ ਮਿਲੇ, ਆਖੋ ਭਾਈ ਵਾਹਿਗੁਰੂ। ਦੇਖੋ ਆਪ ਗੁਰੂ ਸਰੂਪ ਹੈ, ਪਰ ਆਪਣੇ ਮਾਤਾ ਭਾਨੀ ਜੀ ਨੂੰ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਆ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਨਮਸਕਾਰ ਕਰਕੇ ਮਾਤਾ ਜੀ ਨੂੰ ਰਹੋ ਸਦਨ ਦੇ ਧੀਰਜ ਤੁਰੇ, ਔਰ ਉਸ ਵਕਤ ਬਚਨ ਕੀਤਾ ਕਿ ਮਾਤਾ ਜੀ ਤੁਸੀਂ ਇੱਥੇ ਹੀ ਰਹਿਣਾ ਸ੍ਰੀ ਅੰਮ੍ਰਿਤਸਰ ਸਾਹਿਬ, ਥੋੜ੍ਹੇ ਸਮੇਂ ਅਸੀਂ ਬਾਅਦ ਵਾਪਸ ਆ ਜਾਣਾ ਹੈ। ਧੀਰਜ ਦੇ ਕੇ ਮਾਤਾਵਾਂ ਦੇ ਮਨ ਵਿੱਚ ਇਹ ਸੰਕਲਪ ਹੁੰਦਾ ਕਿ ਪੁੱਤਰ ਮੇਰੀ ਨਿਗਾਹ ਦੇ ਅੱਗੇ ਰਵੇ, ਹਮੇਸ਼ਾ ਮੇਰੀਆਂ ਅੱਖਾਂ ਤੋਂ ਓਹਲੇ ਨਾ ਹੋਵੇ। ਇਉਂ ਮਾਤਾ ਜੀ ਨੂੰ ਧੀਰਜ ਦੇ ਕੇ ਸਤਿਗੁਰੂ ਮਹਾਰਾਜ ਜੀ ਚੱਲ ਪਏ ਆ। ਸਨਾ ਸਨਾ ਮਗ ਚੱਲਬੋ ਕਰੇ, ਸਹਿਜੇ ਸਹਿਜੇ ਰਸਤੇ ਵਿੱਚ ਤੁਰੇ ਜਾ ਰਹੇ ਹਨ। ਕਿਤਕ ਕੋਸ ਗਮਨੇ ਥਿਤ ਹੋਏ, ਕਿੰਨੇ ਕੋ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਸਤਿਗੁਰੂ ਜੀ ਨੇ ਪਾਲਕੀ ਰੁਕਵਾਈ ਔਰ ਆਪ ਜੀ ਰੁਕ ਗਏ। ਸੱਚੇ ਪਾਤਸ਼ਾਹ ਜੀ ਉਤਰੇ ਸੁੰਦਰ ਥਲ ਕੋ ਜੋਏ, ਬੜਾ ਸੁੰਦਰ ਰਮਣੀਕ ਥਾਂ, ਆਲੇ ਦੁਆਲੇ ਬੜੇ ਸੁੰਦਰ ਬਿਰਛੀ ਬਿਰਛ ਹੈ, ਹਰਿਆ ਹਰਿਆ ਘਾਹ ਹੈ, ਬਹੁਤ ਰਮਣੀਕ ਥਾਂ ਦੇਖ ਕੇ ਸਤਿਗੁਰੂ ਜੀ ਆਪ ਪਾਲਕੀ ਤੋਂ ਉਤਰ ਕੇ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੇ ਥੱਲੇ ਗਲੀਚਾ ਵਿਛਾ ਦਿੱਤਾ, ਉਹਦੇ ਉੱਤੇ ਸੱਜ ਕੇ ਸਤਿਗੁਰੂ ਜੀ ਬੈਠ ਗਏ। ਜਹਾਂ ਤਰਨ ਤਾਰਨ ਇਸ ਥਾਨ, ਜਿੱਥੇ ਭਾਈ ਤਰਨ ਤਾਰਨ ਸਾਹਿਬ ਸਥਾਨ ਗੁਰਦੁਆਰਾ ਸਾਹਿਬ ਹੈ ਨਾ, ਗੁਰਦੁਆਰਾ ਦੂਖ ਨਿਵਾਰਨ ਤਰਨ ਤਾਰਨ ਸਾਹਿਬ। ਦੂਖ ਨਿਵਾਰਨ ਸਾਹਿਬ ਹੋਰ ਵੀ ਗੁਰਦੁਆਰਿਆਂ ਦੇ ਨਾਮ ਹੈ, ਪਟਿਆਲੇ 9ਵੇਂ ਪਾਤਸ਼ਾਹ ਦਾ ਸਥਾਨ ਹੈ, ਪਰ ਸਭ ਤੋਂ ਪਹਿਲਾਂ ਇਸ ਸਥਾਨ ਦਾ ਨਾਮ ਹੀ ਹੈ ਗੁਰਦੁਆਰਾ ਦੂਖ ਨਿਵਾਰਨ ਤਰਨ ਤਾਰਨ ਸਾਹਿਬ। ਮੁੱਖ ਤਰਨ ਤਾਰਨ ਸਾਹਿਬ ਹੀ ਹੈ, ਸੰਗਤਾਂ ਪ੍ਰੇਮ ਨਾਲ ਦੂਖ ਨਿਵਾਰਨ ਤਰਨ ਤਾਰਨ ਸਾਹਿਬ ਕਹਿ ਦਿੰਦੀਆਂ। ਇਸ ਕਰਕੇ ਤਰਨ ਤਾਰਨ ਸਾਹਿਬ ਜਿੱਥੇ ਅਸਥਾਨ ਹੈ, ਇੱਥੇ ਆ ਕੇ ਸਤਿਗੁਰੂ ਜੀ ਬਿਰਾਜੇ ਹੈ, ਆਪਣੀ ਸਵੈ ਇੱਛਾ ਤੇ ਮੌਜ ਨਾਲ, ਆਨੰਦ ਨਾਲ। ਤੀਰਥ ਦੇਖਿਓ ਲਾਏ ਧਿਆਨ, ਨੇਤਰ ਬੰਦ ਕਰ ਲਿਆ, ਧਿਆਨ ਲਾ ਲਿਆ ਸੱਚੇ ਪਾਤਸ਼ਾਹ ਜੀ ਨੇ, ਔਰ ਉਸ ਵਕਤ ਸਮਾਧੀ ਵਿੱਚ ਚਲੇ ਗਏ ਹੈ। ਔਰ ਸਮਾਧੀ ਵਿੱਚ ਇਸ ਸਥਾਨ ਤੇ ਤੀਰਥ ਪ੍ਰਗਟ ਕਰਨ ਦਾ ਜੋ ਦ੍ਰਿਸ਼ ਵਾਹਿਗੁਰੂ ਦੀ ਪ੍ਰੇਰਨਾ ਨਾਲ ਸਨਮੁਖ ਆਇਆ, ਉਹ ਸਤਿਗੁਰੂ ਜੀ ਨੇ ਸਾਰਾ ਨਜ਼ਾਰਾ ਆਪਣੀ ਇੱਛਾ ਨਾਲ ਆਪ ਹੀ ਵੇਖਿਆ, ਤੱਕਿਆ ਹੈ। ਨਰ ਨਾਰੀ ਇਸਨਾਨ ਤੇ ਪਾਵਨ, ਸਾਧ ਸੰਗਤ ਜੀ ਇਹ ਤਾਂ ਆਪ ਕਰਨ ਕਾਰਨ ਪਰਮੇਸ਼ਰ ਦਾ ਰੂਪ ਹੈ। ਸੱਚੇ ਪਾਤਸ਼ਾਹ ਡੇਲੋਂ ਕੋਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਹੈ, ਡੇਲੋਂ ਨਗਰ ਦੇ ਵਿੱਚ ਹੀ। ਇੱਕ ਵਾਰੀ ਗੁੱਜਰਵਾਲ ਨਗਰ
महापुरख संत ज्ञानी गुरबचन सिंह जी खालसा जत्थे समेत गए हुए सन, कथा कर रहे सन। एक दिन ਸਿੰਘਾਂ ਨੂੰ ਨਾਲ ਲੈ ਕੇ महापुरुष इधर डेलों ਵੱਲ ਨੂੰ ਕੱਚੇ ਰਸਤੇ ਤੁਰ ਕੇ ਆਏ। ਹੁਣ ਤਾਂ ਉਹ ਸ਼ਹਿਰ ਦੇ ਵਿੱਚ ਹੀ ਅਸਥਾਨ ਆ ਗਿਆ, ਉਦੋਂ ਉੱਥੇ ਖੇਤ ਸਨ। ਸੰਤ ਆਏ, ਸਾਰੇ ਖੇਤ ਦੀਆਂ 5 ਪਰਿਕਰਮਾ ਕੀਤੀਆਂ ਜੋੜਾ ਲਾ ਕੇ ਤੇ ਨਮਸਕਾਰ ਕੀਤੀ। ਸਿੰਘਾਂ ਨੇ ਪੁੱਛਿਆ, ਮਹਾਰਾਜ ਇੱਥੇ ਕੋਈ ਨਿਸ਼ਾਨ ਸਾਹਿਬ ਨਹੀਂ, ਕੋਈ ਗੁਰਦੁਆਰਾ ਨਹੀਂ, ਕਣਕ ਬੀਜੀ ਆ, ਕਣਕ ਉੱਗੀ ਹੋਈ ਆ ਹਰੀ ਹਰੀ, ਇੱਥੇ ਤੁਸੀਂ ਕਿਉਂ ਮੱਥਾ ਟੇਕਿਆ, ਕਿਉਂ ਪਰਿਕਰਮਾ ਕੀਤੀਆਂ? ਕਹਿੰਦੇ ਭਾਈ ਇਸ ਖੇਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ, ਇੱਥੇ ਸੱਚੇ ਪਾਤਸ਼ਾਹ ਦਾ ਮੰਜੀ ਸਾਹਿਬ ਹੈ। ਔਰ ਜਦੋਂ ਬਾਅਦ ਵਿੱਚ ਉਸ ਅਸਥਾਨ ਦੀ ਖੁਦਾਈ ਹੋਈ, ਥੱਲਿਓਂ ਮੰਜੀ ਸਾਹਿਬ ਮਹਾਰਾਜ ਜੀ ਦੇ ਸਮੇਂ ਦਾ ਨਿਕਲਿਆ ਸੀ। ਇਹ ਵਾਹਿਗੁਰੂ ਦੇ ਪਿਆਰਿਆਂ ਨੂੰ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਦੇਵਤਿਆਂ ਵਰਗੀ ਦਿਵ ਦ੍ਰਿਸ਼ਟੀ, ਅੰਤਰਜਾਮਤਾ, ਭੂਤ ਭਵਿੱਖ ਵਰਤਮਾਨ ਦੇਖ ਲੈਣਾ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਜੀ। ਸੋ ਇਸ ਕਰਕੇ ਮਹਾਰਾਜ ਸਾਹਿਬ ਨੇ ਧਿਆਨ ਲਾ ਕੇ ਵੇਖਿਆ ਕਿ ਇੱਥੇ ਤਰਨ ਤਾਰਨ ਸਾਹਿਬ ਸਥਾਨ ਪ੍ਰਗਟ ਹੋਣਾ ਹੈ। ਨਰ ਨਾਰੀ ਇਸ਼ਨਾਨ ਤੇ ਪਾਵਨ, ਮਾਈ ਭਾਈ ਜਦੋਂ ਇੱਥੇ ਆ ਕੇ ਇਸ਼ਨਾਨ ਕਰਨਗੇ, ਪਾਪੀ ਤੋਂ ਪਾਪੀ ਵੀ ਪਵਿੱਤਰ ਹੋਣਗੇ। ਸ਼ਰਧਾ ਕਰੇ ਕਾਮਨਾ ਪਾਵਨ, ਜਿਹੜਾ ਇਸ ਸਥਾਨ ਤੇ ਆ ਕੇ ਸ਼ਰਧਾ ਰੱਖੇਗਾ ਨਾ ਮਨ ਵਿੱਚ, ਇੱਥੋਂ ਦੀ ਯਾਤਰਾ ਸ਼ਰਧਾ ਨਾਲ ਕਰੇਗਾ, ਉਹ ਮਨ ਦੀਆਂ ਕਾਮਨਾਵਾਂ ਪ੍ਰਾਪਤ ਕਰੇਗਾ, ਉਹਦੇ ਮਨ ਦੇ ਮਨੋਰਥ ਪੂਰੇ ਹੋਇਆ ਕਰਨਗੇ। ਮਾਰਗ ਚੱਲੇ ਭਾਵ ਤੇ ਪਾਵਨ, ਜਿਹੜਾ ਭਾਵਨਾ ਨਾਲ, ਪ੍ਰੇਮ ਨਾਲ, ਸ਼ਰਧਾ ਨਾਲ ਇਸ ਰਸਤੇ ਤੇ ਚੱਲ ਕੇ ਆ ਕੇ ਦਰਸ਼ਨ ਕਰਿਆ ਕਰੇਗਾ, ਪ੍ਰਕਰਮਾ ਕਰਿਆ ਕਰੇਗਾ। ਮਿਟਹਿ ਰੋਗ ਗਨ ਆਨੰਦ ਪਾਵਨ, ਆਖੋ ਭਾਈ ਵਾਹਿਗੁਰੂ। ਜਿਹੜਾ ਪੈਰੀ ਪੈਦਲ ਚੱਲ ਕੇ ਇੱਥੇ ਆਵੇਗਾ ਨਾ, ਅੱਜ ਵੀ ਸਾਧ ਸੰਗਤ ਜੀ ਮਾਝੇ ਦੇ ਇਲਾਕੇ ਵਿੱਚ 14 ਵਾਲੇ ਦਿਨ ਸੰਗਤਾਂ ਪੈਦਲ ਤੁਰ ਕੇ ਤਰਨ ਤਾਰਨ ਸਾਹਿਬ ਦਰਸ਼ਨ ਕਰਨ ਜਾਂਦੀਆਂ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਦੇ ਪ੍ਰਤਾਪ ਨੂੰ ਸੰਗਤਾਂ ਮੰਨਦੀਆਂ। ਮਹਾਰਾਜ ਨੇ ਕਿਹਾ ਜਿਹੜਾ ਪੈਦਲ ਚੱਲ ਕੇ ਇਸ ਸਥਾਨ ਦੇ ਦਰਸ਼ਨ ਕਰਨ ਆਵੇਗਾ ਨਾ ਭਾਵਨਾ ਨਾਲ, ਉਹਦੇ ਤਨ ਦੇ ਸਾਰੇ ਰੋਗ ਮਿਟ ਜਾਣਗੇ, ਕੋਈ ਰੋਗ ਉਹਦੇ ਤਨ ਉੱਤੇ ਨਹੀਂ ਰਹੇਗਾ। ਆਖੋ ਭਾਈ ਵਾਹਿਗੁਰੂ। ਆਨੰਦ ਆਨੰਦ ਪਾਵਨ, ਆਨੰਦ ਸੁਖ ਤੰਦਰੁਸਤੀ ਅਤੇ ਹੋਰ ਸਾਰੇ ਸੁੱਖ ਉਹਨੂੰ ਪ੍ਰਾਪਤ ਹੋਣਗੇ, ਸਾਰੇ ਪਦਾਰਥ ਮਿਲਣਗੇ। ਇੱਕ ਤਾਂ ਭਲਾ ਸੂਰਤ ਹੈ ਨਾ ਗ੍ਰਾਮ, ਔਰ ਸਾਧ ਸੰਗਤ ਜੀ ਇਸ ਸਥਾਨ ਦੀ ਮਹਿਮਾ ਨੂੰ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਜੀ ਨੇ ਗੁਰਸਿੱਖਾਂ ਵਿੱਚ ਪ੍ਰਗਟ ਕੀਤਾ। ਉੱਥੇ ਨੇੜੇ ਹੀ ਇਹ ਜਿਹੜਾ ਤਰਨ ਤਾਰਨ ਸਾਹਿਬ ਸਥਾਨ ਹੈ, ਇਹ ਇਹਨਾਂ ਨਗਰਾਂ ਦੀ ਜੂਹ ਵਿੱਚ ਸੀ। ਪਲਾਸੂਰ नेड़े एक ग्राम नगर सी, खानवाल दूसर को नाम, दूजा खानवाल नगर है। इन ते आदिक ग्राम जे और, इन्हां तो बिना होर भी जेड़े नगर सन आले दुआले, लरत परस पर रहत सिठौर, ये आपस दे विच ही लड़दे भिड़दे रहिंदे सन। इन्हां दा रोज जंग हुंदा रहिंदा सी दूजे तीजे दिन। बहु नर मरै परै संग्राम, जदों जंग लगदा ते आपस दे विच बहुत ही लड़ के मर जांदे। मैते नगर की भी हालत इहो ही सी। वड्डे महापुरुषों के आउण तो पहला इस नगर दे विच भी साध संगत जी पुराने बजुर्ग अज भी हैगे आ। बजुर्ग सरदार महेंद्र सिंह जी, बाबा करतार सिंह जी, ये सारे पुराने सिंह दसदे आ। भाई भजन सिंह उन्हीं तां अकाल चलाना कर गए। कहंदे वड्डे संतां दे आउण तो पहला इस नगर दे विच भी थोड़े थोड़े समय बाद लड़ाइयां झगड़े हो जाने ते लोकां दे कतल हो जाने, बड़ा नुकसान होना परिवारां दा। महापुरख आए, इत्थे शीतलता वरत गई। 68 तीर्थ जय साध भगत रहता है बैकुंठ जय नाम उचरै। एक साध नहीं आया। संत बाबा गुरबचन सिंह जी, संत बाबा करतार सिंह जी, संत बाबा जरनैल सिंह जी, संत बाबा ठाकुर सिंह जी और महापुरख ब्रह्म ज्ञानी बाबा सुंदर सिंह जी भी पिंडरां वाले इस नगर विच आए। सो जिथे महापुरख आ जाण भाई, उन्हां नगरां दे दुख, उन्हां धरतियां दे कष्ट कट्टे जांदे है। इस करके
महाराज कहते इन्हां नगरां दे लोग आपस दे विच लड़ के मरदे है और बड़ा जंग हुंदा रहिंदा इन्हां दा बिना कारण। करते द्वैख जाहे जम धाम, एक दूजे नाल ईरखा करके मर के फिर जमां दे धाम नरकां नूं चले जांदे ऐ। तिनको महा बिलोक्यो चेहरा, उन्हां दा झगड़ा महाराज जी ने वेख्या कि इन्हां विच बड़ा वैर और झगड़ा है आपस विच। श्री गुरु अर्जन कीनस डेरा, महाराज जी ने उत्थे ही डेरा ला लिया अपना। अगले दिन गारा मीन हकारे, अगले दिन चढ़िया अमृत वेले नितनेम तो उपरंत सारे नगरां दे ਜਿਹੜੇ ਮੋਹਤਬਰ ਬੰਦੇ ਸੀ ਸਾਰੀਆਂ ਪੰਚਾਇਤਾਂ ਨੂੰ ਬੁਲਾਇਆ। ਲਰਨ ਵਿਖੇ ਬਹੁ ਦੋਸ਼ ਉਚਾਰੇ, ਮਹਾਰਾਜ ਕਹਿੰਦੇ ਭਾਈ ਲੜਾਈ ਝਗੜੇ ਕਰਨ ਵਿੱਚ ਬਹੁਤ ਵੱਡੇ ਦੋਸ਼ ਹੈ। ਬੰਦੇ ਮਰਦੇ ਆ, ਈਰਖਾ ਅੱਗੇ ਤੋਂ ਅੱਗੇ ਪੈਦਾ ਹੁੰਦੀ ਹੈ, ਪਰਿਵਾਰਾਂ ਵਿੱਚ ਨਫ਼ਰਤ, ਬੰਦਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ, ਘਰਾਂ ਦੇ ਘਰ ਖਾਲੀ ਹੋ ਜਾਂਦੇ ਆ, ਮਾਇਆ ਸਾਰੀ ਖਤਮ ਹੋ ਜਾਂਦੀ ਹੈ, ਜ਼ਮੀਨਾਂ ਵਿਕ ਜਾਂਦੀਆਂ ਮੁਕੱਦਮਿਆਂ ਦੇ ਵਿੱਚ। ऐसे आपस दे विच जिहड़े लड़ाई झगड़े है इहदे बहुत वड्डे दोष हन, गुनाह हन। एक तो तुमरी मिटह लड़ाई, एक तो महाराज कहंदे तुहाडा झगड़ा आपस दे विच जिहड़ा नित रहिंदा ना जमीनां पिछे भी ये साडे पिंड दी हद है, साडे पिंड दी हद है, इत्थे आपस विच ही लड़ के हद्दां दे पिछे मरी जांदे हो। एक तो तुहाडी लड़ाई सदा लई खत्म कर दिंदी है, जिहड़ा तुसीं रोज़ लड़ मरदे हो ना ये तुहाडी लड़ाई मुका दिंदे हाँ। दुतिए धन लेवो मन भाई, दूजा ये सारा इलाका जिन्ना तरन तारण साहब दा एरिया सी, 2-2 5-5 कोह दा एरिया, महाराज कहंदे ये सारा सानू दे दिओ, जिन्ना तुहानू इहदे बदले धन चाहीदा सी दे दिन्ने आ। इस जमीन दे बदले जिन्नी माया चाहिदी है साडे कोलों लै लो। तृतीय गुर को कारज इहां, तीजा गुरु का एक बहुत वड्डा इत्थे कारज करन वाला है, तीर्थ गुर तीर्थ रचन दा कारज है। चतुर्थ नर प्राप्त फल महा, चौथा जिहड़ा इत्थे आके दर्शन इशनान करेगा उन्होंने बहुत वड्डे वड्डे फल, बहुत वड्डियां वड्डियां दातां प्राप्त होया करनगियां, दुनिया दा उद्धार होएगा। देहो भूमिका गुरु गुर घर को अब, ये जिन्नी भी इस इलाके दी धरती है ना जिहदे पिछे तुसी लड़दे मरदे हो, खानवाल और पलासूर पिंड आपस विच इस धरती लई लड़दे सन। ये तरन तारण साहब दे एरिए दी जिन्नी धरती सी ना, सारे एक पिंड दावा करदा साडी है, दूजा कहंदा साडी है, इहदे पिछे बंदे लड़ मरी जांदे सन, होर भी पिंडां दे लोग। महाराज कहंदे जिन्ना जिन्ना तुहाडा हिस्सा बनदा उस दे बदले माया लै लो, ते जिन्ना भी तुहानू धन चाहीदा उन्ना ही दे दिंदे हाँ। ये गुरु घर का कारज है, गुरु घर लिए सारी भूमि धरती दे दिओ, अरदासा करा दिओ। दर्ब मोल ते लिहो दुगुना लब, किन्ने वाहिगुरु स्वरूप धन गुरु अर्जन देव जी परोपकारी है, कहंदे भाई दुगना मुल देंगे तुहानू, घाटे च नहीं तुहाडे कोलों धरती लेंगे, जेड़ा मुल चलदा उस नालों दुगना मुल लै लो साडे कोलों। खानवाल के खतरी जात, खानवाल नगर दे विच खतरी जाति दे लोग रहिंदे सन, हिंदू। पलासूर रंगर बखियात, पलासूर विच रंगड़ रहिंदे सन, बड़े प्रसिद्ध सन। रंगड़ां दी जाति बड़ी लड़ाई फसाद झगड़े वाली मन्नी है। खतरी उन्हां नूं मारदे हो, उन्हां नूं मारदे, नित इन्हां दीयां तलवारां चलदियां सन आपस दे विच। इस करके मिटा कल सब ने मन जाने हो, जदों सतगुरु जी ने बचन किया सारियां ने बैठ के शांति नाल विचार कीती भी सतगुरु जी दे बचन मनण वाले है। एक तो साडी लड़ाई मुकदी है सदा वास्ते, कहबो श्री अर्जन को माने हो, दूजा गुरु अर्जन देव जी का बचन मन्निया जाना है। दिए रजतपन लक्ष प्रकाश, उस वक्त महाराज जी ने 1 लाख चांदी का रुपया इन्हों खजाने विचों लिया के दिता। अदक सहंसर सप्त 50, अदक होर भी उहदा अध भी लख दा अध की 1.5 लाख रुपया चांदी का इन्हां नगरां नूं उस धरती दे बदले महाराज साहब जी ने मुल दिता। 1,57,000 रुपया, 1,57,000 रुपया दे के महाराज जी ने आनंदपुर साहब की धरती खरीदी। 9वें पातशाह जी ने जदों आनंदपुर साहब वसाया माखोवाल तो
और 1,57,000 रुपये आई चौथे पातशाह जी ने अमृतसर साहब की जगह खरीद के नगर वसाया, शहर वसाया। इस करके 1,57,000 रुपया महाराज साहब जी ने देना किया। लई भूमिका मोल कनेरी। ये सारी बहुत ज्यादा जी 2-2 4-4 कोह इलाके की धरती सी ना, जिथे अज घुग वसदा शहर है, 5-5 कोह तक सारी धरती मुल लै लई सच्चे पातशाह जी ने खरीद लई। दीन सदर्भ बरिंद तिस बेरी। बहुता धन इस दे बदले लोकां नूं दिता, पिंडां वालियां नूं। रहन लगे श्री गुर ते स्थान। उस स्थान ते सतगुरु जी मकान बना के रहन लग पए। चित वह पर उपकार महान। हिरदे विच वड्डा परोपकार करन दा फुरना है सतगुरां दे। जिम सूरज सबहन सुख देत। जिवें सूरज सारियां नूं सुख दिंदा है, शांति धीरज भाव सारियां नूं हर तरह के कारज करन वास्ते सुख दिंदा है, प्रकाश दा है। दुखद अंधेरा जग हर लेत। जेड़ा दुखदायक हनेरा है संसार दा नूं हर लैंदा, भाव मेट दिंदा है। चानण चानण करके लोकां नूं कम्मां विच प्रवृत्त कर दिंदा है। जथा चंद्रमा निज करके। जिवें जथा चंद्रमा निज करके, जिवें चंद्रमा अपनियां किरणां दे प्रकाश दे नाल धरती दे उत्ते सब औषध में रस को भर के। सारियां औषधां विच सारी बनस्पति दे विच रस भर दिंदा है। अमृत दियां किरणां चंद्रमा दियां किरणां ना पैण बनस्पति दे उत्ते तो साध संगत जी जिन्नी फसल फल फुल है उन्हां विच मिठास नहीं पैदा होंदी। ये चंद्रमा दियां किरणां नाल ही सारा प्रताप है। इस करके चंद्रमा जिवें सारियां बनस्पतियां दे विच अपनियां किरणां दे रस नाल औषधि पैदा कर दिंदा है। जिस ते जीव तृप्त जग होए। इस करके संसार दे जीव तृप्त हुंदे आ, दुख मेटदे आ। तथा करह गुर हित सब कोए। इवें सारियां नाल हित प्रेम करदे आ। सतगुरु जी सारियां दा भला करन वास्ते ऐसा परोपकार करदे हन। ताल तरन ताਰਨ चहलायो। यो सतगुरु जी चाहुंदे आ तरन ताਰਨ साहिब सरोवर लाउणा बनाउणा इत्थे। सकल मसंदन साथ बतायो। सारे मसंदा नूं सतगुरु जी ने अपने पास बुलाया और बुला के आग्या कीती, दस्या कि भाई इस स्थान ते वड्डा सरोवर बनाउणा। दुनिया विच सरोवर जिन्ने मर्जी बने आ, पर सब तो वड्डा सरोवर श्री तरन ताਰਨ साहिब दा है। 25 एकड़ के लगभग 20 एकड़ विच सरोवर ते बाकी परिक्रमा बन जांदियां। 4-5 किलोमीटर की एक परिक्रमा बन जाती है जे करिए प्रेम नाल हौली हौली। इस करके एडा वड्डा सरोवर ते साध संगत जी साडे मनमतीए भाई की कहंदे आ, ढुचरां करन वाले आखे एडा सरोवर लाउण दी की लोड़ सी, इत्थे झोना लगदा कणक बीजदी किन्ना लोकां नूं फायदा हुंदा ना। इन्नी धरती जिहड़ी बंजर पई है, तुसीं उत्थे जाके झोना ला लो, कणक बीज लो, उत्थे तुहाडे बाहां थकदियां। तुहानूं गुरु के सरोवर ही दसदे आ नुकता चीनी करन नूं। आप दी तुहाडे कोलों खेती नहीं सांभी जांदी, आप दे खेतां विच तुहाडे कोलों फसल नहीं बीजी जांदी। गुरु के सरोवरां दे उत्ते नुकता चीनी तर्क बतर्क ये अमृत सरोवर हन, ये दुखां नूं मेटण वाले हन। इस करके ऐसियां तर्कां करन वालियां दा लोक भी उजड़ जांदा, परलोक भी नाश हो जांदा है। लगे मसंदन साथ बतायो। मसंदा नूं कोले बुला के सारा बचन दस्या कि भाई इत्थे वड्डा सरोवर लगना है ते संगतां आया करनगियां, दुख मिटिया करनगे। लगे करावन बहु बिद तैयारी। बहुत तरह महाराज सच्चे पातशाह जी तैयारी कराउण लगे सरोवर बनाउण दी। लगे मजूर करे गनगारी। साध संगत जी तरन ताਰਨ साहब जथा गया होया सी। संत बाबा जरनैल सिंह जी खालसा जी जथे समेत उत्थे कथा दा प्रवाह चला रहे सन। अमृत वेले कथा करके संत परिक्रमा करदे एक जोड़ा आया, कहंदे जी साडे बच्चा नहीं हुंदा, बड़ा चिर हो गया, शादी कराया नूं 20 साल हो गए। महापुरुष कहंदे दवाइयां बूटियां कहंदे कोई वैद हकीम नहीं छड्डिया, ना कोई डॉक्टर छड्डिया। कहंदे चंगा इउं करो
ਤਰਨਤਾਰਨ ਸਾਹਿਬ ਸਰੋਵਰ ਦੇ ਵਿੱਚ ਦੋਨੇ ਜੀ ਇਸ਼ਨਾਨ ਕਰੋ। ਬੀਬੀ ਬੀਬੀਆਂ ਵਾਲੇ ਕੋਣੇ ਤੇ ਇਸ਼ਨਾਨ ਕਰਕੇ ਆਵੇ ਪੌਣੇ ਤੇ ਤੂੰ ਸਿੰਘਾ ਸਾਹਮਣੇ ਪੂਰਬ ਦੀ ਬਾਹੀ ਵਾਲੇ ਪਾਸੇ ਇਸ਼ਨਾਨ ਕਰ। ਇਸ਼ਨਾਨ ਕਰਕੇ ਇੱਥੇ ਜਪਜੀ ਸਾਹਿਬ ਦਾ ਪਾਠ ਕਰੋ ਦੋਨੇ ਜੀ ਬਹਿ ਕੇ ਪੌੜੀਆਂ ਦੇ ਉੱਤੇ, ਔਰ ਜਪਜੀ ਸਾਹਿਬ ਦਾ ਪਾਠ ਕਰਕੇ ਦੇਗ ਕਰਾਓ ਮਹਾਰਾਜ ਦੇ ਚਰਨਾਂ 'ਚ। ਤੁਹਾਨੂੰ ਭੁਜੰਗੀ ਗੁਰੂ ਅਰਜਨ ਦੇਵ ਸਾਹਿਬ ਬਖਸ਼ਿਸ਼ ਕਰਨਗੇ। ਸਾਧ ਸੰਗਤ ਜੀ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹੁਬੰਦੇ। ਉਹਨਾਂ ਨੇ ਸਰੋਵਰ ਵਿੱਚ ਮਹਾਂਪੁਰਖਾਂ ਦਾ ਬਚਨ ਮੰਨ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕੀਤਾ। ਸਾਲ ਦੇ ਵਿੱਚ ਭੁਜੰਗੀ ਹੋਇਆ। ਔਰ ਸੰਤਾਂ ਦਾ ਧੰਨਵਾਦ ਕਰਨਾ। ਇਹ ਕਹਿਣ ਲੱਗੇ ਨਹੀਂ, ਹਰ ਮੱਸਿਆ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਪਣੇ ਭੁਜੰਗੀ ਨੂੰ ਲੈ ਕੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੋ ਤੇ ਮੱਥਾ ਟੇਕ ਕੇ ਜਾਇਆ ਕਰੋ। ਗੁਰੂ ਅਰਜਨ ਦੇਵ ਜੀ ਦਾ ਧੰਨਵਾਦ ਸ਼ੁਕਰਾਨਾ ਕਰਿਆ ਕਰੋ, ਸਾਡਾ ਨਹੀਂ ਕਰਨਾ। ਇਉਂ ਸਾਧ ਸੰਗਤ ਜੀ, ਐਸੀਆਂ ਮਹਾਨ ਰਹਿਮਤਾਂ ਜਿੱਥੋਂ ਪ੍ਰਾਪਤ ਹੁੰਦੀਆਂ ਹਨ। ਇਉਂ ਮਹਾਰਾਜ ਜੀ ਨੇ ਸਾਰੇ ਮਸੰਦਾਂ ਨੂੰ ਦੱਸਿਆ ਔਰ ਤਿਆਰੀ ਕਰਵਾਈ ਹੈ। ਲੱਗੇ ਮਜ਼ਦੂਰ ਕਰੇ ਗਨਕਾਰੀ। ਸਾਰੇ ਮਜ਼ਦੂਰ ਸੇਵਾ ਵਿੱਚ ਤਿਆਰ ਕੀਤੇ ਆ ਲਾਉਣ ਵਾਸਤੇ। ਚੂਨਾ ਅਦਕ ਈਂਟ ਕਾਹੇਤ। ਸਾਰੇ ਮਜ਼ਦੂਰ ਕੰਮਕਾਰ ਕਰਨ ਵਿੱਚ ਲਾ ਦਿੱਤੇ ਐ। ਚੂਨਾ ਵੀ ਪੀਸ ਲਿਆ ਔਰ ਇੱਟਾਂ ਵੀ ਮੰਗਾ ਲਈਆਂ, ਆਵਿਆਂ ਵਿੱਚੋਂ ਤਿਆਰ ਕਰਾ ਲਈਆਂ। ਸ਼੍ਰੀ ਅਰਜਨ ਜੀ ਗਨ ਧਰਨ ਦੇਤ। ਗੁਰੂ ਅਰਜਨ ਦੇਵ ਮਹਾਰਾਜ ਜੀ ਮਜ਼ਦੂਰੀ ਵਾਲਿਆਂ ਨੂੰ ਵੀ ਬਹੁਤ ਧਨ, ਇੱਟਾਂ ਵਾਲਿਆਂ ਨੂੰ ਵੀ, ਚੂਨੇ ਵਾਲਿਆਂ ਨੂੰ ਵੀ ਬਹੁਤ ਖੁੱਲੇ ਧਨ ਦੇ ਗੱਫੇ ਬਖਸ਼ ਰਹੇ ਹਨ। ਪੁਨਹ ਖਨਨ ਹਿਤ ਕਰਨ ਮਹੂਰਤ। ਔਰ ਸਤਿਗੁਰੂ ਜੀ ਨੇ ਸ਼ੁਭ ਦਿਹਾੜਾ, ਸ਼ੁਭ ਸਮਾਂ ਵੇਖ ਕੇ ਆਪ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਰੋਵਰ ਦੀ ਖੁਦਾਈ ਆਰੰਭ ਕਰਾਉਣ ਵਾਸਤੇ ਤਿਆਰੀ ਕਰਾਈ ਸਾਰੀ, ਟੱਕ ਲਾਉਣ ਲਈ। ਭਏ ਤਿਆਰ ਸਤਿਗੁਰ ਹਿਤ ਪੂਰਤ। ਟੱਪ ਨਹੀਂ ਕਹਿਣਾ, ਟੱਕ ਆਉਂਦਾ ਇਤਿਹਾਸ ਵਿੱਚ ਵੀ। ਟੱਕ ਲਾਇਆ ਸੇਵਾ ਦੀ ਰਮਤਾ ਦਾ। ਆਪਾਂ ਟੱਪ ਕਹਿ ਦਿੰਦੇ ਆ ਨਾ, ਟੱਕ ਹੁੰਦਾ ਟੱਕ ਲਾਉਣ ਵਾਸਤੇ। ਜਦੋਂ ਪਹਿਲਾਂ ਪੰਜ ਕਈਆਂ ਨਾਲ ਪੰਜ ਪਿਆਰੇ ਜਾਂ ਪੰਜ ਗੁਰਮੁਖ ਆਤਮਾ ਮਹਾਂਪੁਰਖ ਕੋਈ ਸੇਵਾ ਦੀ ਰਮਤਾ ਕਰਦੇ ਆ, ਸਭ ਤੋਂ ਪਹਿਲਾਂ ਨੀਹਾਂ ਖੋਦਣ ਲਈ ਟੱਕ ਲਾਇਆ ਜਾਂਦਾ, ਫਿਰ ਨੀਂਹ ਰੱਖੀ ਜਾਂਦੀ ਹੈ। ਇਸ ਕਰਕੇ ਟੈਂਕੇ ਤੇ ਅੱਧ ਕੱਕਾ ਟੱਕ ਲਾਉਣਾ, ਵੀ ਟੱਕ ਲਾਇਆ ਜਾ ਰਿਹਾ। ਐਵੇਂ ਟੱਪ ਟੱਪ ਕਰੀ ਜਾਂਦੇ ਆ, ਕਈ ਦਾ ਟੱਪਾ ਥੋੜੋ। ਟੱਕ ਦਾ ਮਤਲਬ ਐਨ ਸੇਵਾ ਨੂੰ ਇੱਕ ਟੱਕ ਸ਼ੁਰੂ ਕਰਨਾ, ਆਰੰਭਤਾ ਕਰਨਾ। ਇਸ ਕਰਕੇ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਸਮਾਂ ਸਾਰਾ ਆਪ ਜੀ ਨੇ ਨਿਸ਼ਚਿਤ ਕੀਤਾ। ਜਦੋਂ ਸਾਰੀ ਤਿਆਰੀ ਹੋਈ, ਪੰਚਾਮ੍ਰਿਤ ਘਨੋਂ ਕਰਵਾਇਓ। ਬਹੁਤ ਜ਼ਿਆਦਾ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਵਾਈ, ਗੁਰਸਿੱਖਾਂ ਨੂੰ ਆਗਿਆ ਦੇ ਕੇ। ਸਿੱਖ ਸੰਗਤ ਤੈ ਬ੍ਰਿੰਦ ਬੁਲਾਇਓ। ਦੂਰੋਂ ਦੂਰੋਂ ਬਹੁਤ ਸੰਗਤਾਂ ਨੂੰ ਬੁਲਾਇਆ, ਸੱਦਿਆ। ਅਨਕ ਪ੍ਰਕਾਰਨ ਕੇ ਉਤਸਾਹ। ਔਰ ਬਹੁਤ ਸੰਗਤਾਂ ਦੇ ਵਿੱਚ ਇਹ ਸੇਵਾ ਦੀ ਰਮਤਾ ਦਾ ਉਤਸ਼ਾਹ ਹੈ। ਬੜੇ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਤੁਰੀਆਂ ਆ ਰਹੀਆਂ ਹਨ। ਬਹੁਤ ਪ੍ਰਸੰਨ ਸਿੱਖ ਮਨ ਮਾਹੇ। ਸਿੱਖ ਵੀ ਬਹੁਤ ਮਨ ਵਿੱਚ ਪ੍ਰਸੰਨ ਹਨ ਕਿ ਸਤਿਗੁਰੂ ਜੀ ਦੇ ਘਰ ਦੀ ਸੇਵਾ ਮਿਲਣ ਲੱਗੀ ਹੈ। ਅੱਜ ਤਾਂ ਸਮਾਂ ਹੀ ਐਸਾ ਆ ਗਿਆ ਬਈ ਸੇਵਾ ਵੀ ਕਹਿੰਦੇ ਨੌਕਰਾਂ ਤੋਂ ਹੀ ਕਰਾ ਲਓ, ਮਜ਼ਦੂਰਾਂ ਤੋਂ ਹੀ ਬਣਵਾ ਲਓ ਗੁਰਦੁਆਰੇ ਸਰੋਵਰ। ਸਾਨੂੰ ਨਾ ਟੋਕਰੀ ਢੋਣੀ ਪੈ ਜੇ, ਇੱਟਾਂ ਨਾ ਚੁੱਕਣੀਆਂ ਪੈ ਜਾਣ, ਨੀਹਾਂ ਨਾ ਪੁੱਟਣੀਆਂ ਪੈ ਜਾਣ। ਭਾਈ ਸੇਵਾ ਤੋਂ ਬਿਨਾਂ ਤਨ ਪਵਿੱਤਰ ਨਹੀਂ ਹੁੰਦਾ ਕਦੇ ਵਾਸਤੇ। ਆ ਗੁਰਦੁਆਰਾ ਸਾਹਿਬ ਹੈ ਨਾ ਮਹਿਤਾ, ਇਸ ਗੁਰਦੁਆਰਾ ਸਾਹਿਬ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਲੱਕ ਬੰਨ੍ਹ ਕੇ ਆਪ ਨੀਹਾਂ ਪੁੱਟਦੇ ਰਹੇ ਆ। ਆਪ ਸੀਸ ਤੇ ਟੋਕਰੀਆਂ ਢੋਈਆਂ, ਇੱਟਾਂ ਢੋਈਆਂ ਉਹਨਾਂ ਨੇ, ਲੈਂਟਰ ਪਾਏ ਆਪਣੇ ਸਿਰ ਤੇ ਸਾਰਾ ਦਿਨ। ਆ ਲੰਗਰ ਤੇ ਵੀ, ਵਿਦਿਆਲੇ ਵਿੱਚ ਵੀ। ਔਰ ਪਿੰਡ ਉਦੋਂ ਕੱਚਿਆਂ ਰਾਹਾਂ ਉੱਤੇ ਮਿੱਟੀ ਪਾਈ ਜਾਂਦੀ ਸੀ। ਪਿੰਡ ਦੇ ਨੌਜਵਾਨ ਕਹਿਣ ਲੱਗੇ ਵੀ ਪਿੰਡ ਦੇ ਵਿੱਚ ਜਿਹੜਾ ਰਾਹ ਬਾਘੇ ਪੁਰਾਣੇ ਨੂੰ ਜਾਂਦਾ, ਇਹ ਬੜਾ ਕੱਚਾ ਔਰ ਚਿੱਕੜ ਹੋਇਆ, ਥਾਂ ਥਾਂ ਟੋਏ ਆ, ਮਿੱਟੀ ਪਾ ਕੇ ਭਰ ਕੇ ਇਹਨੂੰ ਪੱਧਰਾ ਕਰੀਏ। ਸਾਰੇ ਨੌਜਵਾਨ ਲੱਗ ਗਏ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਵੀ ਪ੍ਰੇਰਨਾ ਦੇ ਕੇ ਲੈ ਗਏ। ਸਰੀਰ ਕਰਕੇ ਬੜੇ ਬਲੀ ਸਨ ਮਹਾਂਪੁਰਖ। ਇਹ ਪਰਉਪਕਾਰ ਦੇ ਕਾਰਜ ਹੈ। ਸਾਧੂ ਪਰਉਪਕਾਰ ਨਿਤ ਚਿਤਵਤੇ ਨਾ ਹੀ ਕਛ ਪੋਟ। ਇਹ ਪਰਉਪਕਾਰ ਕਰਨਾ ਦੁਨੀਆ ਦੇ ਭਲੇ ਲਈ।
ਉਹ ਨੌਜਵਾਨ ਕਹਿੰਦੇ ਜੀ ਵੀ ਤੁਸੀਂ ਕਿਹੜਾ ਪਾਸਾ ਲੈਣਾ? ਸੰਤ ਕਹਿੰਦੇ ਸੱਜੇ ਪਾਸੇ ਵਾਲਾ ਪਾਸਾ ਮੈਨੂੰ ਦੇ ਦਿਓ। ਕਹਿੰਦੇ ਤੁਸੀਂ ਕਿੰਨੇ ਨਾਲ ਲੈਣੇ ਆਪਣੇ ਸਾਥੀ? ਸੰਤ ਕਹਿੰਦੇ ਮੈਂ ਇਕੱਲਾ ਹੀ ਬਥੇਰਾ, ਤੁਸੀਂ ਇੱਕ ਪਾਸੇ ਲੱਗ ਜਾਓ, ਮੈਨੂੰ ਇੱਕ ਪਾਸਾ ਦੇ ਦਿਓ। ਸਾਰੇ ਪਿੰਡ ਦੇ ਨੌਜਵਾਨ ਇੱਕ ਪਾਸੇ, ਤੇ ਸੰਤਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ। ਸਾਧ ਸੰਗਤ ਜੀ ਸੱਚਾ ਬਚਨ ਹੈ, 8-7 ਕਿਲੋਮੀਟਰ ਦਾ ਰਸਤਾ ਸੀ। ਨੌਜਵਾਨਾਂ ਤੋਂ ਅਜੇ 1 ਕਿਲੋਮੀਟਰ 'ਚ ਮਿੱਟੀ ਨਹੀਂ ਪਈ। ਸੰਤ 2 ਕਿਲੋਮੀਟਰ 'ਚ ਮਿੱਟੀ ਪਾ ਕੇ ਦਿਨ ਛਿਪਦੇ ਨੂੰ ਕਈ ਮੋਢੇ ਤੇ ਰੱਖ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਪਿੰਡ ਨੂੰ ਤੁਰੇ ਆਉਣ। ਇੰਨਾ ਬਲੀ ਸਰੀਰ ਸੀ। ਸੰਤਾਂ ਨੇ 3 ਦਿਨਾਂ ਦੇ ਵਿੱਚ ਸਾੜੀ ਸੜਕ ਤੇ ਆਪਣੇ ਹਿੱਸੇ ਦੀ ਮਿੱਟੀ ਪਾਤੀ, ਉਹਨਾਂ ਤੋਂ 10 ਦਿਨਾਂ 'ਚ ਨਹੀਂ ਪਈ ਵਿਚਾਰਿਆਂ ਤੋਂ। ਐਸਾ ਬਲੀ ਸਰੀਰ, ਐਸੇ ਪਰਉਪਕਾਰੀ, ਦੁਨੀਆ ਦੇ ਭਲੇ ਲਈ ਵੀ ਸੇਵਾ ਕਰਨ। ਉਹਨਾਂ ਨੇ ਦੁਨੀਆ ਦੇ ਵੀ ਲੋਕ ਚੱਲਣੇ ਆ, ਪਸ਼ੂ ਪੰਛੀ ਚੱਲਣੇ ਆ, ਇਹ ਰਾਹ ਵੀ ਪੱਧਰੇ, ਰਾਹ ਪੱਧਰਾ ਕਰਨ ਦੀ ਸੇਵਾ ਵੀ। ਐਡੇ ਬਲੀ ਔਰ ਹੱਥੀਂ ਵੀ ਗੁਰੂ ਘਰ ਦੀਆਂ ਸੇਵਾਵਾਂ। ਐਸੀ ਉਹਨਾਂ ਦੀ ਘਾਲਣਾ ਕਰਨ ਵਾਲੀ ਪਰਉਪਕਾਰੀ ਬਿਰਤੀ ਸੀ ਸਾਧ ਸੰਗਤ ਜੀ। ਇਸ ਕਰਕੇ ਸਿੱਖਾਂ ਦੇ ਮਨ ਵਿੱਚ ਬੜਾ ਉਮਾਹ ਹੈ। ਲੱਗਿਓ ਦੀਵਾਨ ਅਦਕ ਗੁਰ ਪਾਸ, ਬਹੁਤ ਵੱਡਾ ਦੀਵਾਨ ਲੱਗ ਗਿਆ ਸੰਗਤਾਂ ਦਾ। ਬੋਲੇ ਬਾਕ ਕਰੋ ਅਰਦਾਸ। ਮਹਾਰਾਜ ਕਹਿੰਦੇ ਭਾਈ ਅਰਦਾਸ ਕਰੀਏ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ। ਭਾਈ ਬੁੱਢੇ ਕਹੋ ਕੀ ਖਰਿਓ। ਮਹਾਰਾਜ ਜੀ ਨੇ ਭਾਈ ਬੁੱਢੇ ਨੂੰ ਬੁਲਾਇਆ ਆਪਣੇ ਪਾਸ, ਬਾਬਾ ਬੁੱਢਾ ਜੀ ਨੂੰ। ਬ੍ਰਹਮ ਸਰੂਪ ਵਿਖਿਆ ਚਿੱਤ ਜੁਰਿਓ, ਜਿਨ੍ਹਾਂ ਦਾ ਚਿੱਤ ਬ੍ਰਹਮ ਪਰਮੇਸ਼ਰ ਦੇ ਵਿੱਚ ਜੁੜਿਆ ਹੋਇਆ, ਭਾਵ ਬ੍ਰਹਮ ਗਿਆਨ ਦੀ ਅਵਸਥਾ ਜਿਨ੍ਹਾਂ ਨੂੰ ਪ੍ਰਾਪਤ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਸਿੱਖੀ ਕਮਾ ਰਹੇ ਹਨ। ਮਹਾ ਸ਼ਕਤ ਤਰ ਸਿੱਖ ਮਹਾਨਾ, ਜੋ ਬਹੁਤ ਸ਼ਕਤੀਆਂ ਵਾਲੇ ਮਹਾਨ, ਸਭ ਤੋਂ ਵੱਡੇ ਪੂਜਨੀਕ ਗੁਰਸਿੱਖਾਂ ਵਿੱਚੋਂ ਮੁਖੀ ਸਿੱਖ ਹਨ ਬਾਬਾ ਬੁੱਢਾ ਜੀ। ਕਰਤਲ ਫਲ ਸਮਰੂਪ ਸੋ ਜਾਨਾ, ਜਿਵੇਂ ਹੱਥ ਦੀ ਤਲੀ ਤੇ ਰੱਖ ਕੇ ਫਲ ਵੇਖ ਲਈਦਾ ਨਾ ਸਾਰੇ ਪਾਸਿਓਂ, ਇਵੇਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਰੇ ਜਰੇ ਵਿੱਚ ਵੇਖ ਲਿਆ। ਐਸੀ ਬ੍ਰਹਮ ਗਿਆਨ ਦੀ ਅਵਸਥਾ ਹੈ। ਰਾਤ ਦਿਓਸ ਜਿਸ ਰਹਿ ਸਮਾਦ, ਰਾਤ ਦਿਨ ਜਿਨ੍ਹਾਂ ਦੀ ਸਮਾਧੀ ਲੱਗੀ ਜਾਂਦੀ ਹੈ। ਸਮਾਧੀ ਦਾ ਮਤਲਬ ਇਹ ਨਹੀਂ ਵੀ ਇੱਕ ਥਾਂ ਤੇ ਬੈਠੇ ਰਹਿੰਦੇ ਸਨ ਤੇ ਸਿੱਖ ਉਹਨਾਂ ਨੂੰ ਪੱਖਾ ਝੱਲੀ ਜਾਂਦੇ ਸਨ ਗਰਮੀ ਦੇ ਵਿੱਚ, ਤੇ ਜਾਂ ਕੋਲੇ ਅੱਗੇ ਰੱਖ ਕੇ ਸੇਕੀ ਜਾਂਦੇ ਸਨ। ਸਮਾਧੀ ਦਾ ਮਤਲਬ ਹੈ ਸੁਰਤ ਲੱਗੀ ਰਹਿੰਦੀ ਸੀ। ਸੇਵਾ ਕਰਦਿਆਂ ਵੀ, ਸੰਗਤਾਂ ਦੇ ਵਿੱਚ ਵਿਚਰਦਿਆਂ ਵੀ, 8 ਪਹਿਰ ਬ੍ਰਹਮ ਗਿਆਨ ਦੀ ਬਿਰਤੀ ਅਰੂੜ ਉਹਨਾਂ ਦੀ ਬਣੀ ਹੋਈ ਸੀ। ਅਰੂੜ ਬ੍ਰਹਮ ਗਿਆਨ ਦੀ ਅਵਸਥਾ ਉਹ ਹੁੰਦੀ ਹੈ ਜਿੱਥੇ ਮਨ ਵਿੱਚ ਦੂਜਾ ਫੁਰਨਾ ਨਾ ਕੋਈ ਉੱਠੇ। ਐਨ ਵਾਹਿਗੁਰੂ ਦੇ ਵਿੱਚ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਪ੍ਰਭੂ ਦੇ ਚਰਨਾਂ ਵਿੱਚ ਸੁਰਤੀ ਐਨ ਚੁੱਭੀ ਹੋਈ, ਖੁੱਭੀ ਹੋਈ। ਸੰਤ ਬਾਬਾ ਜਰਨੈਲ ਸਿੰਘ ਜੀ ਇੱਕ ਵਾਰੀ ਆਪਣੀ ਮੌਜ ਵਿੱਚ ਆਏ ਬਚਨ ਕਹਿ ਰਹੇ ਸਨ ਸਿੰਘਾਂ ਨਾਲ। ਕਹਿੰਦੇ ਸਿੰਘੋ, ਮੈਂ ਪ੍ਰਾਤਨ ਸਿੰਘਾਂ ਦੇ ਚਰਨਾਂ ਦੀ ਧੂੜ ਦੇ ਕਿਣਕੇ ਵਰਗਾ ਵੀ ਨਹੀਂ। ਭਾਈ ਤਾਰੂ ਸਿੰਘ ਵਰਗਾ, ਭਾਈ ਮਨੀ ਸਿੰਘ ਵਰਗਾ, ਬਾਬਾ ਬੰਦਾ ਸਿੰਘ ਬਹਾਦਰ ਵਰਗਾ, ਪਰ ਕਹਿੰਦੇ ਮੇਰੇ ਮਨ ਵਿੱਚ ਇਹ ਚਾਹ ਹੈ, ਫੁਰਨਾ ਕਦੇ ਕਦੇ ਆਉਂਦਾ। ਕਹਿੰਦੇ ਜ਼ਾਲਮ ਮੇਰੇ ਸਰੀਰ ਦਾ ਮਾਸ ਜਮੂਰਾਂ ਨਾਲ ਐਂ ਕਰਕੇ ਤੋੜਨ, ਤੇ ਜਪਜੀ ਸਾਹਿਬ ਦਾ ਪਾਠ ਮੈਂ ਕਰਦਾ ਹੋਵਾਂ ਤੇ ਸਾਰਾ ਜਥਾ ਆਲੇ ਦੁਆਲੇ ਬੈਠ ਕੇ ਇਸ ਦ੍ਰਿਸ਼ ਨੂੰ ਵੇਖੇ, ਤੇ ਕਹਿੰਦੇ ਫਿਰ ਉਹ ਜਿਹੜਾ ਆਨੰਦ ਹੈ ਨਾ, ਉਹ ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ। ਵਾਕਈ ਐਸਾ ਉਹਨਾਂ ਦਾ ਅਡੋਲ ਦ੍ਰਿੜਤਾ ਪੂਰਵਕ ਸਾਧ ਸੰਗਤ ਜੀ ਹਿਰਦਾ ਸੀ। ਡੋਲੇ ਆ, ਦਿੱਲੀ ਦੇ ਤਖਤ ਦੀ ਕੋਈ ਪ੍ਰਵਾਹ ਕੀਤੀ ਆ ਉਹਨਾਂ ਨੇ? ਇੱਕ ਬੰਨੇ ਇਕੱਲੇ ਹੀ ਆ, ਦੂਜੇ ਪਾਸੇ ਦਿੱਲੀ ਦੀ ਹਕੂਮਤ, ਮਗਰ ਰਸ਼ੀਆ ਦੀਆਂ ਹਕੂਮਤਾਂ ਲੱਗੀਆਂ ਹਮਲੇ ਕਰਨ। ਐਡੀ ਵੱਡੀ ਨਿਰਭੈਤਾ, ਐਡਾ ਵੱਡਾ ਅਡੋਲ ਸੰਤ ਇਸ 20ਵੀਂ ਸਦੀ ਦੇ ਵਿੱਚ ਦੇਖਿਆ। 20ਵੀਂ ਸਦੀ ਕੇਵਲ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਂ ਤੇ ਹੈ, ਜਿਨ੍ਹਾਂ ਨੇ 20ਵੀਂ ਸਦੀ ਦੇ ਵਿੱਚ ਸਾਧ ਸੰਗਤ ਜੀ ਸੁੱਤੀ ਹੋਈ ਕੌਮ ਨੂੰ ਜਗਾਇਆ। ਇਹ ਕੇਵਲ ਇੱਕ ਸੰਤ ਐਸਾ ਹੋਇਆ ਮਹਾਂਪੁਰਖ ਜਿਹਦੀ ਐਡੀ ਵੱਡੀ ਘਾਲਣਾ, ਐਡਾ ਵੱਡਾ ਅਡੋਲ ਜੇਰਾ,
ਪਰਬਤ ਮੇਰਾਣ, ਪਰਬਤ ਵਰਗਾ ਹਿਰਦਾ, ਪਰਬਤ ਵਰਗਾ ਅਡੋਲ ਜਿਗਰਾ। ਕੋਈ ਡਰ ਭੈ ਨਹੀਂ, ਨੇੜੇ ਦੀ ਵੀ ਨਹੀਂ ਕਦੇ ਲੰਘਿਆ ਡਰ ਭੈ। ਕਿੰਨੀਆਂ ਕਿੰਨੀਆਂ ਪਰਖਾਂ ਹੋਈਆਂ। ਐਸੀ ਉਹਨਾਂ ਦੀ ਅਵਸਥਾ, ਐਸੀ ਸਮਾਧੀ, ਗੁਰਸਿੱਖ ਦੀ ਐਸੀ ਸਮਾਧੀ ਵੀ ਬੰਦ ਬੰਦ ਵੀ ਕੱਟਿਆ ਤਾਂ ਵੀ ਸਮਾਧੀ ਲੱਗੀ ਹੈ, ਰਾਤ ਦਿਨ ਕਿਰਤ ਵਿਰਤ ਕਰਦਾ ਤਾਂ ਵੀ ਸਮਾਧੀ ਲੱਗੀ ਹੈ, ਚਿੱਤ ਵਾਹਿਗੁਰੂ ਦੇ ਨਾਮ ਵਿੱਚ ਜੁੜਿਆ ਹੋਇਆ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਐਸੀ ਸਮਾਧੀ ਵਿੱਚ ਰਹਿਣ ਵਾਲੇ ਮਹਾਂਪੁਰਖ ਹਨ। ਸਾਰੇ ਆਖੋ ਭਾਈ ਧੰਨ ਬਾਬਾ ਬੁੱਢਾ ਸਾਹਿਬ ਜੀ। ਐਸੇ ਮਹਾਂਪੁਰਖ ਧੰਨ ਬਾਬਾ ਬੁੱਢਾ ਜੀ, ਦਾਤ ਸ਼ਾਂਤ ਜੋ ਤਰਿਦਾ ਅਗਾਧ, ਜਿਨ੍ਹਾਂ ਦਾ ਹਿਰਦਾ ਐਨ ਸ਼ਾਂਤੀ ਦੇ ਨਾਲ ਭਰਿਆ ਹੋਇਆ ਹੈ। ਅਗਾਧ ਡੂੰਘਾ ਹਿਰਦਾ ਵਾਹਿਗੁਰੂ ਦੇ ਸਰੂਪ ਵਿੱਚ ਲੀਨ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਸ਼ਾਂਤੀ ਦਾ ਹਿਰਦਾ ਸਮੁੰਦਰ ਬਣਿਆ ਹੋਇਆ ਹੈ। ਸਾਧ ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਆਏ ਮਹਾਂਪੁਰਖਾਂ ਦਾ, ਆਏ ਪਤਵੰਤੇ ਸਿੰਘਾਂ ਦਾ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਸਾਰਿਆਂ ਦੇ ਨਾਮ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਲੈ ਕੇ ਧੰਨਵਾਦ ਕਰਨਗੇ ਸ਼੍ਰੀ ਮੁਖਵਾਕ ਤੋਂ ਉਪਰੰਤ। ਮੈਂ ਸਮੁੱਚੀ ਸੰਗਤ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਕੱਲ੍ਹ ਦਾ ਸ਼ਾਮ ਦਾ ਇੱਕੋ ਹੀ ਦੀਵਾਨ ਰਹਿ ਗਿਆ ਸਾਡੇ ਪਾਸ। ਪਰਸੋਂ ਨੂੰ ਦਿਨ ਦਾ ਸ਼ਹੀਦੀ ਦਿਹਾੜਾ ਆਪਾਂ ਮਨਾਉਣਾ। ਇਸ ਲਈ ਭਾਈ ਹੁਮ ਹੁਮਾ ਕੇ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੋ। ਕੋਵਿਡ-19 ਮਹਾਮਾਰੀ ਦਾ ਵੀ ਆਪਾਂ ਧਿਆਨ ਰੱਖਣਾ, ਸਾਰਿਆਂ ਨੇ ਸੁਚੇਤ ਰਹਿਣਾ, ਇਹ ਵੀ ਜ਼ਰੂਰੀ ਬੇਨਤੀਆਂ ਨਾਲ ਨਾਲ ਹਨ। ਡਾਕਟਰ ਸਾਹਿਬਾਨਾਂ ਦੀਆਂ ਹਦਾਇਤਾਂ ਹਨ। ਔਰ ਆਪ ਸਭ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਲੰਗਰ ਛਕ ਕੇ ਪ੍ਰੇਮ ਨਾਲ ਫੇਰ ਘਰਾਂ ਨੂੰ ਜਾਣਾ। ਇਹ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਰਾਤ ਦਿਓਸ ਜਿਸ ਰਹਿ ਸਮਾਦ, ਦਾਤ ਸ਼ਾਂਤ ਜੋ ਤਰਿਦਾ ਅਗਾਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।